ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਜਿਵੇਂ ਤੁਹਾਨੂੰ ਪਤਾ ਹੈ ਇਸ ਵਾਰ ਕੋਰੋਨਾ ਵਾਇਰਸ ਕਰਕੇ ਸ਼ਾਇਦ ਇਸ ਸੈਸ਼ਨ ਵਾਸਤੇ ਆਪਣੀ ਕਲਾਸਾਂ ਪੋਸੀਬਲ ਨਾ ਹੋਣ ਅਤੇ ਤੁਹਾਡੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ, ਇਸ ਕਰਕੇ ਅਸੀਂ ਇਹ ਵੀਡੀਓ ਲੈਕਚਰ ਬਣਾ ਰਹੇ ਹਾਂ। ਇਹ ਵੀਡੀਓ ਲੈਕਚਰ ਬਣਾ ਕੇ ਅਸੀਂ YouTube 'ਤੇ ਅਪਲੋਡ ਕਰ ਦਿਆ ਕਰਾਂਗੇ ਅਤੇ ਤੁਹਾਡਾ ਲਿੰਕ ਹੈ ਤੁਹਾਨੂੰ WhatsApp ਗਰੁੱਪ 'ਤੇ ਸ਼ੇਅਰ ਕਰ ਦਿਆ ਕਰਾਂਗੇ। ਤੁਸੀਂ ਇਹ ਲੈਕਚਰ ਸੁਣ ਲਿਆ ਕਰੋ। ਜੇ ਇਹਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਹੁੰਦੀ ਹੈ ਤਾਂ ਜਿਹੜੇ ਆਪਣੇ WhatsApp ਗਰੁੱਪ ਬਣੇ ਹੋਏ ਹਨ ਤਾਂ ਤੁਸੀਂ ਉਹਦੇ ਵਿੱਚ ਆਪਣੇ ਪ੍ਰੋਬਲਮ ਸ਼ੇਅਰ ਕਰ ਸਕਦੇ ਹੋ। ਅਤੇ ਜੋ ਟੌਪਿਕ ਮੈਂ ਕਰਵਾਉਣਾ ਹੈ ਇਹ BSc ਸੈਕੰਡ ਈਅਰ ਸਮੈਸਟਰ ਸਮੈਸਟਰ ਥਰਡ ਦੀ ਸਟੈਟਿਕਸ ਬੁੱਕ ਕਰਵਾਉਣੀ ਹੈ। ਸਟੈਟਿਕਸ ਇਹ ਬੁੱਕ 'ਚ ਪ੍ਰੋਬਲਮ ਇਹ ਆ, ਜੇ ਅਸੀਂ ਟੌਪਿਕ ਆਪਾਂ ਕਰਾਂਗੇ ਸਟਾਰਟ, ਜੇ ਟੌਪਿਕ ਨਾਲ ਕਰੋਗੇ ਇਹਦਾ ਲਿੰਕ ਹੈ। ਜੇ ਫਸਟ ਚੈਪਟਰ ਕਰੋਗੇ ਤਾਂ ਸੈਕੰਡ ਚੈਪਟਰ ਸਮਝ ਆਏਗਾ। ਇਹ ਲਿੰਕ ਹੈ ਆਪ ਦੇ ਵਿੱਚ ਚੈਪਟਰਾਂ ਦੇ ਵਿੱਚ। ਜੇ ਤੁਹਾਨੂੰ ਫਸਟ ਚੈਪਟਰ ਸਮਝ ਨਹੀਂ ਆਇਆ ਹੈਗਾ ਤਾਂ ਸੈਕੰਡ ਚੈਪਟਰ 'ਚ ਅੱਗੇ ਪ੍ਰੋਬਲਮ ਆਊਗੀ। ਇਸ ਕਰਕੇ ਜੋ ਕੰਮ ਕਰਵਾਇਆ ਜਾਂਦਾ ਹੈ ਨਾਲ ਕਰੀ ਜਾਓ ਅਤੇ ਜੋ ਤੁਹਾਡੀਆਂ ਪ੍ਰੋਬਲਮਸ ਹੈਗੀਆਂ ਨੇ ਉਹ ਨਾਲ ਆਪਣੀਆਂ ਦੂਰ ਕਰੀ ਜਾਓ ਪੁੱਛ ਕੇ। ਸੋ ਇਹ ਟੌਪਿਕ ਦੇ ਵਿੱਚ ਥੋੜ੍ਹੀ ਜਿਹੀ ਇਹਦੇ ਵਿੱਚ ਇਹ ਵੀ ਪ੍ਰੋਬਲਮ ਹੈਗੀ ਆ ਕਿ ਸਟੈਟਿਕਸ ਟੌਪਿਕਸ ਦੇ ਵਿੱਚ ਜੋ ਆਪਾਂ ਸ਼ੁਰੂ ਕਰਾਂਗੇ ਇਹਦੇ ਵਿੱਚ 10th ਲੈਵਲ ਦੇ ਜਿਓਮੈਟਰੀ ਦੇ ਕੰਸੈਪਟ ਬਹੁਤ ਆਉਣਗੇ। ਥੋੜ੍ਹੀ +1+2 ਟ੍ਰਿਗੋਨੋਮੈਟਰੀ ਵੀ ਹੈਗੀ, ਪਰ 10th ਲੈਵਲ ਦੀ ਜਿਹੜੀ ਜਿਓਮੈਟਰੀ ਹੈਗੀ ਆ ਉਹਦੇ ਕੰਸੈਪਟ ਬਹੁਤ ਆਉਣਗੇ। ਜਿਵੇਂ ਟਰਾਇੰਗਲ ਕੰਗਰੂਐਂਟ ਕੀ ਹੁੰਦੇ ਨੇ, ਸਿਮਿਲਰ ਟਰਾਇੰਗਲ ਕਿਹੜੇ ਹੁੰਦੇ ਹੈਗੇ ਨੇ, ਇੱਦਾਂ ਦੇ ਬਹੁਤ ਆਉਣਗੇ। ਜੋ ਜਿਵੇਂ ਆਉਣਗੇ ਆਪਾਂ ਉਵੇਂ ਨਾਲ ਕੰਸੈਪਟ ਨਾਲ ਕਰੀ ਜਾਵਾਂਗੇ। ਜਿਹੜੇ ਪੁਰਾਣੇ ਕੰਸੈਪਟ ਹੈ ਚੰਗੀ ਗੱਲ ਹੈ, ਜਿਹੜੇ ਪੁਰਾਣੇ ਕੰਸੈਪਟ ਆਉਣਗੇ ਉਹ ਆਪਣੇ ਕਾਪੀ 'ਚ ਉਤਾਰੀ ਜਾਈਏ ਤਾਂ ਜੋ ਤੁਹਾਨੂੰ ਬਾਅਦ 'ਚ ਵੀ ਉਹ ਕੰਸੈਪਟ ਯਾਦ ਰਹਿਣ। ਚਲੋ ਪਹਿਲਾਂ ਆਪਾਂ ਸ਼ੁਰੂ ਕਰ ਰਹੇ ਹੈਗੇ। ਇਹਦੇ ਵਿੱਚ ਜਿਹੜਾ ਫਸਟ ਚੈਪਟਰ ਹੈਗਾ ਉਹ ਫਸਟ ਚੈਪਟਰ ਸਟਾਰਟ ਕਰਨਾ ਆਪਾਂ ਨੇ ਫੋਰਸਿਸ ਐਕਟ ਐਟ ਅ ਪੁਆਇੰਟ। ਇਹ ਚੈਪਟਰ ਦਾ ਫਸਟ ਚੈਪਟਰ ਨਾਮ ਆ ਫੋਰਸਿਸ ਐਕਟ ਐਟ ਅ ਪੁਆਇੰਟ। ਇਹ ਚੈਪਟਰ ਸ਼ੁਰੂ ਕਰਨ ਤੋਂ ਪਹਿਲਾਂ ਥੋੜ੍ਹਾ ਜਿਹਾ +1 ਦਾ ਕੰਸੈਪਟ ਸਮਝਾਉਣਾ ਹੈ ਵੈਕਟਰ ਬਾਰੇ। ਇੱਕ ਵੈਕਟਰ ਹੁੰਦਾ ਹੈ, ਇੱਕ ਹੁੰਦਾ ਹੈ ਸਕੇਲਰ। ਵੈਕਟਰ ਕੀ ਹੁੰਦਾ ਹੈ ਅਤੇ ਸਕੇਲਰ ਕੀ ਹੁੰਦਾ ਹੈ ਉਹ ਆਪਾਂ ਦੇਖਣਾ ਹੈ। ਵੈਕਟਰ ਕੁਆਂਟਿਟੀ ਕੀ ਹੁੰਦੀ ਹੈ? ਜਿਵੇਂ ਜਿਹਦੇ ਵਿੱਚ ਡਾਇਰੈਕਸ਼ਨ ਐਂਡ ਮੈਗਨੀਟਿਊਡ ਇਹ ਦੋਨੇ ਹੋਣ ਉਹਨੂੰ ਵੈਕਟਰ ਕੁਆਂਟਿਟੀ ਕਹਿੰਦੇ ਆ। ਸਕੇਲਰ ਕੁਆਂਟਿਟੀ ਦੇ ਵਿੱਚ ਇਕੱਲਾ ਮੈਗਨੀਟਿਊਡ ਹੁੰਦਾ। ਜਿੰਨੀ ਕੁ ਲੋੜ ਹੈਗੀ ਆਪਾਂ ਨੂੰ, ਮੈਂ ਸਿਰਫ ਉਹਨਾਂ ਕੰਸੈਪਟ ਕਰਾਉਣਾ, ਪ੍ਰੋਪਰ ਡੀਪ 'ਚ ਨਹੀਂ ਕਰਵਾਉਣਾ ਹੈਗਾ। ਹੁਣ ਮੈਗਨੀਟਿਊਡ ਦਾ ਮਤਲਬ ਕੀ ਹੈ, ਡਾਇਰੈਕਸ਼ਨ ਮਤਲਬ ਕੀ ਹੈ, ਉਹ ਸਮਝਣ ਵਾਸਤੇ ਆਪਾਂ ਇੱਕ ਟਰਮ ਪੜ੍ਹ ਲੈਣੇ ਹੈਗੇ ਆ। ਇੱਕ ਡਿਸਟੈਂਸ ਹੁੰਦਾ ਹੈਗਾ, ਇੱਕ ਹੁੰਦਾ ਡਿਸਪਲੇਸਮੈਂਟ। ਦੋ ਟਰਮਾਂ ਹੁੰਦੀਆਂ ਨੇ, ਡਿਸਟੈਂਸ ਐਂਡ ਡਿਸਪਲੇਸਮੈਂਟ। ਡਿਸਟੈਂਸ ਕੀ ਹੁੰਦਾ ਹੈਗਾ? ਮੰਨ ਲਓ ਕਿਸੇ ਬੱਚੇ ਦਾ ਘਰ ਇੱਥੇ ਹੈ ਅਤੇ ਕਾਲਜ ਇੱਥੇ ਹੈ, ਉਹਨੇ ਘਰੋਂ ਕਾਲਜ ਆਉਣਾ ਹੈਗਾ, ਤਾਂ ਆਹ ਰਾਹ ਹੈਗਾ ਮੰਨ ਲਓ ਘਰੋਂ ਕਾਲਜ ਜਾਣ ਦਾ, ਘਰ ਤੋਂ ਕਾਲਜ ਜਾਣ ਦਾ ਰਾਹ ਹੈਗਾ। ਤਾਂ ਟੋਟਲ ਇੱਥੋਂ ਤੋਂ ਲੈ ਕੇ ਇੱਥੇ ਤੱਕ ਉਹਨੇ ਜਿੰਨਾ ਡਿਸਟੈਂਸ ਕਵਰ ਕੀਤਾ ਹੈਗਾ ਇਹ ਡਿਸਟੈਂਸ ਹੋ ਗਿਆ। ਇਹਦੀ ਕੋਈ ਡਾਇਰੈਕਸ਼ਨ ਨਹੀਂ ਹੈਗੀ। ਡਿਸਟੈਂਸ ਦੀ ਡਾਇਰੈਕਸ਼ਨ ਕਿਉਂ ਨਹੀਂ ਹੈ? ਬਿਕੋਜ਼ ਕੋਈ ਬੱਚਾ ਕੋਈ ਹੋਰ ਰਾਹ ਦੇ ਵਿੱਚੋਂ ਆ ਸਕਦਾ, ਕੋਈ ਬੱਚਾ ਕੋਈ ਹੋਰ ਰਾਹ ਦੇ ਵਿੱਚੋਂ ਆ ਸਕਦਾ। ਮਤਲਬ ਇਹ ਨਹੀਂ ਹੈ ਕਿ ਇੱਕ ਘਰ ਦੇ ਤੋਂ ਦੂਜਾ ਕਾਲਜ ਪਹੁੰਚਣਾ ਹੈ ਤਾਂ ਉਹਦੇ ਵਾਸਤੇ ਕਿੰਨੇ ਰਾਹ ਹੋ ਸਕਦੇ ਨੇ, ਕੋਈ ਪੱਕਾ ਨਹੀਂ ਹੈ ਕਿ ਤੁਸੀਂ ਇਹੀ ਰਾਹ ਹੀ ਆਉਣਾ ਹੈ। ਅਤੇ ਇਸ ਕਰਕੇ ਇਹਦੇ ਵਿੱਚ ਆਪਣੇ ਕੋਲ ਡਾਇਰੈਕਸ਼ਨ ਕੋਈ ਨਹੀਂ ਹੈਗੀ। ਜਿਵੇਂ ਡਾਇਰੈਕਸ਼ਨ ਇਹਦੇ ਵਿੱਚ ਕੋਈ ਨਹੀਂ ਹੈਗੀ, ਬਸ ਇਹਦੇ ਵਿੱਚ ਆਪਣੇ ਕੋਲ ਲੈਂਥ ਆ। ਇਹ ਗੱਲ ਤਾਂ ਆਪਾਂ ਕਲੀਅਰ ਕਰ ਸਕਦੇ ਹਾਂ ਕਿ ਜੇ ਮੈਂ ਆਹ ਰਾਹ ਤੋਂ ਆਇਆ ਹੈਗਾ A ਤੋਂ B ਤੱਕ ਤਾਂ ਮੇਰਾ ਕਾਲਜ ਜਿਹੜਾ ਹੈਗਾ 10 ਕਿਲੋਮੀਟਰ ਦੂਰ ਪਿਆ ਹੈਗਾ। ਇਹ ਚੀਜ਼ ਮਾਪ ਸਕਦੇ ਹਾਂ ਆਪਾਂ। ਜੇ ਮੈਂ ਆਹ ਰਾਹ ਆ ਰਿਹਾ ਹੈਗਾ ਤਾਂ ਮੈਨੂੰ ਕਾਲਜ ਜਿਹੜਾ ਹੈਗਾ 6 ਕਿਲੋਮੀਟਰ ਪਿਆ ਹੈਗਾ। ਤਾਂ ਡਿਸਟੈਂਸ ਮਾਪ ਸਕਦੇ ਪਰ ਡਾਇਰੈਕਸ਼ਨ ਨਹੀਂ ਦੱਸ ਸਕਦੇ ਕੀ ਹੋਊਗੀ। ਤਾਂ ਡਿਸਟੈਂਸ ਕੀ ਹੋ ਗਿਆ ਆਪਣੇ ਕੋਲ? ਇਹਦੇ ਵਿੱਚ ਸਕੇਲਰ ਕੁਆਂਟਿਟੀ ਹੋ ਗਈ कि ये आप दस रहे कि डिस्टेंस कितना है, ਜਾਂ ਕਹਿ ਸਕਦੇ कि ये दस रहे कि ਇਹਦਾ मैग्नीट्यूड कितना है।
मतलब डिस्टेंस कितना 10 किलोमीटर, ਉਹਦਾ ਡਿਸਟੈਂਸ ਕਿੰਨਾ ਹੈਗਾ 6 ਕਿਲੋਮੀਟਰ। ਤਾਂ ਇਹ ਚੀਜ਼ ਜਿਹੜੀ ਹੈਗੀ ਆਪਣੇ ਕੋਲ ਇਹ ਮੈਗਨੀਟਿਊਡ ਰਿਪਰੈਜ਼ੈਂਟ ਕਰਦੀ ਆ। ਡਿਸਪਲੇਸਮੈਂਟ ਕੀ ਹੁੰਦੀ ਆ, ਜਿਵੇਂ ਆਪਾਂ ਕਹੀਏ ਆ ਏ ਆ, ਇਹ ਉਵੇਂ ਇਹ ਹਾਊਸ ਆ, ਇਹ ਕਾਲਜ ਆ, ਇੱਥੋਂ ਆਉਣ ਦੇ ਤਰੀਕੇ ਤਾਂ ਬਹੁਤ ਸਾਰੇ ਨੇ, ਪਰ ਸ਼ਾਰਟੈਸਟ ਪਾਥ ਇਹ ਐਗਜ਼ਿਸਟ ਕਰੇ ਚਾਹੇ ਨਾ ਕਰੇ, ਸ਼ਾਰਟੈਸਟ ਡਿਸਟੈਂਸ ਤਾਂ ਹਮੇਸ਼ਾ ਬਾਈ ਸਟੇਟ ਲਾਈਨ ਹੋਊਗਾ। ਹੁਣ ਐਕਚੁਅਲ 'ਚ ਐਗਜ਼ਿਸਟ ਕਰੇ ਚਾਹੇ ਨਾ ਕਰੇ ਇਹ ਡਿਪੈਂਡ ਕਰਦਾ, ਇਹ ਪੱਕਾ ਨਹੀਂ ਹੈ ਕਿ ਐਕਚੁਅਲ ਐਗਜ਼ਿਸਟ ਕਰੇਗਾ ਜੀ। ਪਰ ਜੋ ਆਪਣੇ ਕੋਲ ਹਾਊਸ ਤੋਂ ਲੈ ਕੇ ਕਾਲਜ ਤੱਕ ਦਾ ਜੋ ਸ਼ਾਰਟੈਸਟ ਪਾਥ ਹੋਗਾ ਬਾਈ ਸਟੇਟ ਲਾਈਨ, ਮੈਂ ਦੁਬਾਰਾ ਕਹਿ ਰਿਹਾ ਹੈਗਾ, ਐ ਨਹੀਂ ਕਿ ਇਹ ਐਕਚੁਅਲੀ ਐਗਜ਼ਿਸਟ ਕਰੇਗਾ। ਕਿਉਂਕਿ ਮੰਨ ਲਓ ਕਿਸੇ ਦੇ ਘਰ ਤੋਂ ਕਾਲਜ ਜਾਣਾ, ਸੜਕ ਆਹੀ ਇੱਕ ਬਣੀ ਹੋਈ ਹੈ, ਮੰਨ ਲਓ ਇੱਥੇ ਘਰ ਨੇ, ਇੱਥੇ ਘਰ ਬਣੇ ਹੋਏ ਨੇ, ਤਾਂ ਡਿਸਪਲੇਸਮੈਂਟ 'ਚ ਐਕਚੁਅਲ ਐਗਜ਼ਿਸਟ ਨਹੀਂ ਕਰ ਰਹੀ ਇਸ ਕੇਸ। ਪਰ ਡਿਸਪਲੇਸਮੈਂਟ ਹੁੰਦੀ ਕੀ ਹੈਗੀ ਆ, ਇਹ ਸ਼ਾਰਟੈਸਟ ਪਾਥ ਹੁੰਦਾ ਹੈਗਾ, ਇਹ ਹਮੇਸ਼ਾ ਬਾਈ ਸਟੇਟ ਲਾਈਨ ਹੀ ਕੱਢਦੇ ਹੁੰਦੇ ਆਪਾਂ। ਤਾਂ ਇਹ ਜੇ ਪੱਕਾ ਹਮੇਸ਼ਾ ਬਾਈ ਸਟੇਟ ਲਾਈਨ ਹੋਊਗਾ ਤਾਂ ਡਾਇਰੈਕਸ਼ਨ ਦੱਸ ਸਕਦੇ ਆਪਾਂ ਕਿ ਆਪਾਂ ਇੱਥੋਂ ਇੱਥੇ ਜਾਣਾ। ਡਿਸਪਲੇਸਮੈਂਟ ਡਿਸਟੈਂਸ ਦੀ ਡਾਇਰੈਕਸ਼ਨ ਕਿਉਂ ਨਹੀਂ ਹੈਗੀ, ਇੱਦਾਂ ਵੀ ਜਾ ਸਕਦਾ, ਇੱਦਾਂ ਵੀ ਜਾ ਸਕਦਾ, ਇੱਦਾਂ ਵੀ ਕਿੱਦਾਂ ਵੀ ਜਾ ਸਕਦੇ ਹਾਂ ਆਪਾਂ। ਪਰ ਡਿਸਪਲੇਸਮੈਂਟ ਦੇ ਵਿੱਚ ਆਪਣੇ ਕੋਲ ਪੱਕਾ ਪਤਾ ਕਿ ਏ ਤੋਂ ਬੀ ਜਾਣਾ ਹੈਗਾ ਆਪਾਂ ਨੇ, ਤਾਂ ਸ਼ਾਰਟੈਸਟ ਪਾਥ ਆਹੀ ਹੋਊਗਾ। ਤਾਂ ਡਾਇਰੈਕਸ਼ਨ ਦੱਸ ਰਹੇ ਡਾਇਰੈਕਸ਼ਨ ਪੱਕਾ ਇਹ ਆਊਗੀ। ਅਤੇ ਇਹ ਲੈਂਥ ਵੀ ਆਪਾਂ ਮੈਜ਼ਰ ਕਰ ਸਕਦੇ ਹੈਗੇ। ਮੰਨ ਲਓ ਇਹ ਲੈਂਥ ਹੈਗੀ ਆ 4 ਕਿਲੋਮੀਟਰ, ਤਾਂ ਇਹਦੇ ਵਿੱਚ ਇਹ ਲੈਂਥ ਹੋ ਗਈ ਆਪਣੇ ਕੋਲ, ਇਹ ਲੈਂਥ ਹੋ ਗਈ ਡਿਸਟੈਂਸ, ਇਹ ਮੈਗਨੀਟਿਊਡ ਕਹਾਂਗੇ ਆਪਾਂ। ਜੋ ਡਾਇਰੈਕਸ਼ਨ ਹੋ ਗਈ ਆਪਣੇ ਕੋਲ, ਇਹ ਡਾਇਰੈਕਸ਼ਨ ਹੋ ਗਈ, ਡਾਇਰੈਕਸ਼ਨ ਪਲੱਸ ਮੈਗਨੀਟਿਊਡ ਹੋਊਗਾ ਤਾਂ ਉਹਨੂੰ ਆਪਾਂ ਡਿਸਪਲੇਸਮੈਂਟ ਕਹਾਂਗੇ। ਸੋ ਇੰਨਾ ਆਪਾਂ ਨੂੰ ਵੈਸੇ ਡੀਪ ਦੇ ਵਿੱਚ ਖਾਸ ਲੋੜ ਨਹੀਂ ਹੈਗੀ। ਹੁਣ ਜਿਹੜੀ ਲੋੜ ਹੈਗੀ ਆ ਆਪਾਂ ਨੂੰ ਉਹ ਦੇਖਣਾ ਆਪਾਂ ਨੇ। ਤਾਂ ਵੈਕਟਰ ਆਪਾਂ ਕਿਵੇਂ ਰਿਪਰੈਜ਼ੈਂਟ ਕਰਦੇ ਹੁੰਦੇ ਹਾਂ, ਵੈਕਟਰ ਵਾਸਤੇ ਆਪਾਂ ਇੱਕ ਲਾਈਨ ਡਰਾ ਕਰਦੇ ਹੁੰਦੇ ਹਾਂ, ਇੱਕ ਐਰੋ ਡਰਾ ਕਰਦੇ ਹੁੰਦੇ ਹਾਂ। ਜੇ ਮੰਨ ਲਓ ਆ ਏ ਪੁਆਇੰਟ ਆ, ਜਿਵੇਂ ਉੱਥੇ ਬੀ ਪੁਆਇੰਟ ਸੀ, ਲਾਈਨ ਰਿਪਰੈਜ਼ੈਂਟ ਕਰਦੇ ਡਾਇਰੈਕਸ਼ਨ ਉਹਦੀ, ਐਰੋ ਪਾ ਕੇ ਕਿ ਆਹ ਐਰੋ ਆਹ ਡਾਇਰੈਕਸ਼ਨ ਹੈ ਜੀ। ਜੋ ਏ ਤੋਂ ਬੀ ਲੈਂਥ ਹੋਊਗੀ, ਜੋ ਏ ਤੋਂ ਬੀ ਆਪਣੀ ਲੈਂਥ ਹੋਊਗੀ, ਉਹ ਲੈਂਥ ਰਿਪਰੈਜ਼ੈਂਟ ਕਰੇਗੀ ਮੈਗਨੀਟਿਊਡ। ਤਾਂ ਜਿਹੜੀ ਉਰੇ ਲੋੜ ਹੈਗੀ ਆ, ਮੈਗਨੀਟਿਊਡ ਕਿਹਨੂੰ ਕਹਾਂਗੇ ਆਪਾਂ, ਇਹਦੇ ਵਿੱਚ ਮੈਗਨੀਟਿਊਡ ਆਪਾਂ ਲੈਂਥ ਨੂੰ ਕਹਾਂਗੇ, ਲੈਂਥ ਆਫ ਏ ਬੀ, ਇਹਨੂੰ ਆਪਾਂ ਮੈਗਨੀਟਿਊਡ ਕਹਾਂਗੇ, ਲੈਂਥ ਆਫ ਏ ਬੀ। ਇਹ ਕੰਸੈਪਟ ਆਪਾਂ ਇਹ ਯੂਜ਼ ਕਰਨਾ ਹੈਗਾ ਕਿ ਮੈਗਨੀਟਿਊਡ ਦਾ ਮਤਲਬ ਕੀ ਹੋਊਗਾ, ਆਪਣੇ ਕੋਲ ਲੈਂਥ ਹੋਊਗੀ। ਜੇ ਤੁਹਾਨੂੰ ਪੁੱਛਿਆ ਜਾਵੇ, ਇਹ ਮੈਂ ਰੱਬ ਕਰ ਦੇਣਾ, ਜਿਵੇਂ ਇੱਕ ਆਹ ਵੈਕਟਰ ਆ ਏ ਬੀ, ਇੱਕ ਆਹ ਵੈਕਟਰ ਏ ਆ ਪੀ ਕਿਊ ਲੈ ਲੈਣਾ ਆਪਾਂ। ਇਹ 'ਚੋਂ ਕੁਛ ਕੰਸੈਪਟ ਆਉਣਗੇ ਦੇਖਾਂਗੇ। ਹੁਣ ਇਹ ਪੁੱਛਿਆ ਜਾਵੇ ਕਿ ਇਹਨਾਂ ਦੋਨਾਂ ਦੇ ਵਿੱਚੋਂ ਮੈਗਨੀਟਿਊਡ ਕਿਹਦਾ ਵੱਧ ਹੋਊਗਾ, ਮੈਗਨੀਟਿਊਡ ਕੀ ਕਹਾਂਗੇ ਆਪਾਂ, ਲੈਂਥ ਕਹਾਂਗੇ। ਦੇਖਣ ਲੱਗ ਰਿਹਾ ਕਿ ਇਹਦੀ ਲੈਂਥ ਛੋਟੀ ਹੈਗੀ ਆ, ਇਹਦੀ ਲੈਂਥ ਵੱਡੀ ਹੈ, ਤਾਂ ਆਪਾਂ ਕਹਾਂਗੇ ਜਿਹੜਾ ਪੀ ਕਿਊ ਦਾ ਮੈਗਨੀਟਿਊਡ ਹੈਗਾ ਉਹ ਏ ਬੀ ਨਾਲੋਂ ਵੱਧ ਹੈਗਾ। ਤਾਂ ਜਿਹੜਾ ਮੈਗਨੀਟਿਊਡ ਹੋਊਗਾ ਆਪਣੇ ਕੋਲ ਲੈਂਥ ਰਿਪਰੈਜ਼ੈਂਟ ਕਰੂਗਾ। ਇਹ ਗੱਲ ਧਿਆਨ ਰੱਖਣੀ ਹੈਗੀ ਆਪਾਂ ਇਹਦੇ ਵਿੱਚ। ਹੋਰ ਗੱਲ ਕੁਝ ਕੰਸੈਪਟ ਨੇ ਉਹ ਵੀ ਦੇਖੀ ਜਾਂਦੇ ਆਪਾਂ ਬਰੀਫ ਦੇ ਵਿੱਚ। ਆ ਏ ਪੁਆਇੰਟ ਆ ਬੀ ਪੁਆਇੰਟ ਆ ਵੈਕਟਰ ਦੇ ਵਿੱਚ। ਹੁਣ ਆਪਾਂ ਦੇਖੀਏ ਐਰੋ ਇੱਧਰ ਪਿਆ ਹੈ, ਮਤਲਬ ਸਟਾਰਟ ਇੱਥੋਂ ਹੋਇਆ, ਡਾਇਰੈਕਸ਼ਨ ਇਹ ਦੱਸ ਰਹੀ ਹੈ ਕਿ ਇੱਥੋਂ ਸ਼ੁਰੂ ਹੋ ਕੇ ਆਪਾਂ ਇੱਥੇ ਪਹੁੰਚਣਾ। ਤਾਂ ਇਹਨੂੰ ਕਹਾਂਗੇ ਆਪਾਂ ਇਨੀਸ਼ੀਅਲ ਪੁਆਇੰਟ ਵੈਕਟਰ ਦਾ, ਇਹਨੂੰ ਕਹਾਂਗੇ ਆਪਾਂ ਫਾਈਨਲ ਪੁਆਇੰਟ, ਜਾਂ ਇਹਨੂੰ ਕਹਾਂਗੇ ਆਪਾਂ ਟਰਮੀਨਲ ਪੁਆਇੰਟ, ਇਹਨੂੰ ਆਪਾਂ ਟਰਮੀਨਲ ਪੁਆਇੰਟ ਕਹਾਂਗੇ। ਇਹ ਇਨੀਸ਼ੀਅਲ ਪੁਆਇੰਟ ਹੈ, ਫਾਈਨਲ ਪੁਆਇੰਟ ਕਹਾਂਗੇ ਜਾਂ ਟਰਮੀਨਲ ਪੁਆਇੰਟ ਕਹਾਂਗੇ ਆਪਾਂ। ਜੋ ਮੈਗਨੀਟਿਊਡ ਤਾਂ ਇਹ ਗੱਲ ਹੋ ਗਈ ਆਪਣੇ ਕੋਲ। ਮੈਗਨੀਟਿਊਡ ਕੀ ਹੋਊਗਾ, ਇਸ ਕੇਸ ਲੈਂਥ ਹੋਊਗੀ। ਜੋ ਇਹ ਲੈਂਥ ਹੋਊਗੀ, ਜਿਸ ਤਰ੍ਹਾਂ ਮਰਜ਼ੀ ਮੈਜ਼ਰ ਕਰ ਲੈਂਥ ਹੋਊਗੀ, ਉਹ ਆਪਣੇ ਕੋਲ ਉਹ ਮੈਗਨੀਟਿਊਡ ਕਹਾਂਗੇ ਆਪਾਂ। ਤਾਂ ਡਾਇਰੈਕਸ਼ਨ ਬਾਰੇ ਕੁਝ ਸਮਝਣਾ ਹੈਗਾ ਆਪਾਂ ਨੇ। ਉਹ ਡਾਇਰੈਕਸ਼ਨ ਕੀ ਹੈਗੀ ਆ, ਜਿਵੇਂ ਕਿ ਵੈਕਟਰ, ਇੱਕ ਆ ਵੈਕਟਰ, ਹੁਣ ਇਹ ਡਾਇਰੈਕਸ਼ਨ ਆ, ਇਹ ਡਾਇਰੈਕਸ਼ਨ ਆਪਾਂ ਇਹ ਚੈੱਕ ਕਰਨਾ ਕਿ ਡਾਇਰੈਕਸ਼ਨ ਸੇਮ ਹੈ ਇਹਨਾਂ ਦੀ। ਡਾਇਰੈਕਸ਼ਨ ਆਪਾਂ ਸੇਮ ਤਾਂ ਕਹਾਂਗੇ, ਇੱਦਾਂ ਕਹਿ ਲਓ ਜੇ ਦੋਨੇ ਆਪ 2D ਵਿੱਚ ਕਰ, 2 ਡਾਇਮੈਂਸ਼ਨ ਦੀ ਗੱਲ ਕਰ ਰਹੇ, 2 ਡਾਇਮੈਂਸ਼ਨ ਦੀ ਗੱਲ ਕਰ ਰਹੇ,
कि जदों ये दोने आपस च ना मिलन, जे आप लाइनस बनाइए, आ लाइन वधाती अपने, आ लाइन वधाती, जे दोने आपस च नहीं मिलदियां हैगियां तो इन्हूं कहांगे कि इन्हां दी डायरैक्शन जिहड़ी हैगी आ सेम आ, पर उरे मिल रही ने दोने आपस दे विच, इस करके कहांगे आप इन्हां दोनों की डायरैक्शन जिहड़ी हैगी आ वो सेम नहीं हैगी, मतलब कि आपस दे विच ना मिलन, उन्होंने कहांगे आपां कि डायरैक्शन जिहड़ी आ वो पैरेलल है। जिवें आपां एक एग्जांपल होर ले लईए, आ पी आ क्यू, ये दोनों आपस में मिलनियां ने, तो ये कहांगे इन्हां दोनों की डायरैक्शन जिहड़ी हैगी आ सेम। डायरैक्शन भी अगे दो कंसैप्ट आएंगे, लाइक पैरेलल, वो बाद में देख लवांगे आपां। तो डायरैक्शन सेम कहांगे आपां, चलो जी लाइन हैगी आ उन्हां दी टू डायमैंशन दे विच लाइन जिहड़ी हैगी आपस दे विच कट ना करे। डायरैक्शन हो गया, ये विच मैग्नीट्यूड हो गया। हुण आपां देखना ये विच एक बड़ी इंपॉर्टेंट गल होगी, फ्री वैक्टर। फ्री वैक्टर ये हुंदा की है, वो देखते हैं आप। जिमें आ ए बी वैक्टर, फ्री वैक्टर होंगे कि ए वैक्टर को चक के आप किते भी लैके जा सकते हैं, ये फ्री है, ऐ नहीं कि पक्का इत्थे रहेगा। ये फ्री वैक्टर होंगे, इन्हूं चक के वैक्टर आप किते भी लैके जा सकते हैं। जिमें इन्हूं चक के मैं इत्थे लियांदा, इत्थे लियांदा वैक्टर चक के, हुण ए वैक्टर चक के आप इत्थे लियांदा तो चक्कन लगे जां मूव करन लगे दो गल्लां खास ध्यान रखनियां आपां, ना डायरैक्शन चेंज होनी चाहिए इहदी, ना मैग्नीट्यूड चेंज होना चाहिए, ये गल ध्यान रखनी है। ए वैक्टर मैं चक के इत्थे लियांदा, ये मैं गलत किया, गलत क्यों किया, बिकॉज मैं लेंथ चेंज करती, मैग्नीट्यूड चेंज करता, घटाता मैग्नीट्यूड, तो ये वैक्टर चक के आप इदां नहीं लैके जा सकते हैं, ये गलत आ। जे मैं ये वैक्टर चक के इदां लिया, ये भी आप चक के इदां नहीं लैके जा सकते इस वैक्टर में, ये चक के क्यों नहीं लैके जा सकते आप ये, बिकॉज ये डायरैक्शन जिहड़ी हैगी आ चेंज करती है अपने, डायरैक्शन भी सेम रखनी है अपने, तो लेंथ मैग्नीट्यूड भी सेम रखना हैगा, तो आप कहांगे कि वैक्टर आप सही लैके जा गए हाँ। जिमें ये वैक्टर मैं इदां ला लिया, लेंथ भी सेम रखी हैगी इहदी, अते डायरैक्शन भी जिहड़ी हैगी वो सेम रखी है, तो वैक्टर आप इदां मूव कर सकते हैं। तो वैक्टर में ये गल ध्यान रखनी है, जिन्ने वैक्टर आप पढ़ांगे वो सारे फ्री वैक्टर होने, कोई वैक्टर आप जाके किते भी लैके जा सकते हैं, पर जो चक के मूव करना है, चक के लैके जाना आपने, ना डायरैक्शन चेंज करनी हैगी आ, ना आपां उहदा मैग्नीट्यूड चेंज करना, ये गल आपां ध्यान रखनी है। ये सारे +1 +2 के कंसैप्ट ने, आउंदे ने चंगी गल, नहीं आउंदे हुण देख लिओ ध्यान नाल। इस तो बाद एंगल बिटवीन, ये टॉपिक देखना अपने, एंगल बिटवीन टू वैक्टर्स, दो वैक्टर च आप एंगल किवें लैना होंदा, एक आ वैक्टर मान लो, एक आ वैक्टर, आ दो वैक्टर ने, इन्हां दो वैक्टर दे विच हुण एक तरीका वैक्टर रिप्रजेंट करन दा, जां तां मैनूं इदां पा देवां ए बी, मतलब ए बी दे उपर वैक्टर पा देना, एक तरीका ये, जां ए वैक्टर का नाम जिहड़ा हैगा मान लो आपां पी वैक्टर रखता, तो इत्थे पी वैक्टर पा दो, ये अंडरस्टूड आ। चाहे तुसीं इनीशियल फाइनल पॉइंट्स ना वैक्टर रिप्रजेंट कर लवो, चाहे कल्ला एक विच सेंटर पा के दस दो कि ये वैक्टर यही है पी वैक्टर, दोनों गल्लां एक ही ने, जिस तरह मर्जी आप रिप्रजेंट, ये पी वैक्टर आ मान लो, ये क्यू वैक्टर, और तो लैके उधर क्यों वैक्टर है सारा। हुण ये दो वैक्टर आप एंगल कढ़ना हैगा, तुसीं एंगल कढ़ना किवें हैगा, पहला दोने वैक्टरां नूं टेल टू टेल ज्वाइन कर लेना, जे इनीशियल पॉइंट सेम कर लेना हैगा। जिवें ये भी गल दसनी सी इहदे विच,
ਜਿਵੇਂ ਇੱਥੋਂ ਸ਼ੁਰੂ ਹੋ ਕੇ ਇੱਥੇ ਜਾ ਰਿਹਾ ਹੈਗਾ ਵੈਕਟਰ, ਇੱਦਾਂ ਜਾ ਰਿਹਾ, ਇਹਨੂੰ ਆਪਾਂ ਇਨੀਸ਼ੀਅਲ ਪੁਆਇੰਟ ਕਿਹਾ ਸੀਗਾ, ਇਹਨੂੰ ਆਪਾਂ ਟੇਲ ਵੀ ਕਹਿ ਸਕਦੇ ਹਾਂ ਇਨੀਸ਼ੀਅਲ ਪੁਆਇੰਟ ਨੂੰ। ਇਹ ਫਾਈਨਲ ਪੁਆਇੰਟ ਹੈਗਾ, ਇਹਨੂੰ ਆਪਾਂ ਹੈਡ ਵੀ ਕਹਿ ਸਕਦੇ ਹਾਂ। ਬਸ ਜੇ ਦੋ ਵੈਕਟਰਾਂ ਵਿੱਚ ਆਪਾਂ ਐਂਗਲ ਕੱਢਣਾ ਹੈਗਾ, ਜਿਵੇਂ ਇਹਦੀ ਟੇਲ ਆ ਸੀ, ਇਹ ਹੈਡ, ਤਾਂ ਦੋਨੇ ਵੈਕਟਰ ਆਪਾਂ ਟੇਲ ਟੂ ਟੇਲ ਜੁਆਇਨ ਕਰ ਲੈਣੇ, ਜਾਂ ਇਹ ਕਹਿ ਲਓ ਕਿ ਦੋਨੇ ਵੈਕਟਰਾਂ ਦਾ ਇਨੀਸ਼ੀਅਲ ਪੁਆਇੰਟ ਸੇਮ ਕਰ ਲੈਣਾ, ਇੱਦਾਂ ਕਹਿ ਲਓ। ਹੁਣ ਇਹਨੂੰ ਚੱਕ ਕੇ ਇੱਥੇ ਲਿਆਉਣਾ ਆਪਾਂ ਨੇ, ਚਾਹੇ ਇਹਨੂੰ ਚੱਕ ਕੇ ਪਿੱਛੇ ਲਿਆ, ਇਸ ਤਰ੍ਹਾਂ ਮਰਜ਼ੀ ਕਰ ਲਓ, ਕਿਉਂਕਿ ਦੋਨੇ ਫ੍ਰੀ ਵੈਕਟਰ ਨੇ। ਇਹ ਵੈਕਟਰ ਆਪਾਂ ਮੂਵ ਕਰਕੇ ਇਹਦੇ ਉੱਪਰ ਲੈ ਆਵਾਂਗੇ, ਉਹ ਲੈ ਕੇ ਆ ਰਹੇ ਹਾਂ, ਇਹਦੇ ਉੱਪਰ ਹੀ ਬਣਾ ਦਈਦਾ ਹੁੰਦਾ, ਡੋਟੇਡ ਬਣਾ ਦਿਓ, ਬਾਕੀ ਆਪਣੀ ਮਰਜ਼ੀ ਹੁੰਦੀ, ਇਸ ਤਰ੍ਹਾਂ ਮਰਜ਼ੀ ਬਣਾ ਸਕਦੇ। ਇਹ ਪੀ ਵੈਕਟਰ ਬਣਾ ਲੱਗੇ ਧਿਆਨ ਰੱਖਣਾ ਹੈਗਾ ਆਪਾਂ ਨੇ, ਨਾ ਲੈਂਥ ਚੇਂਜ ਕਰਨੀ ਹੈਗੀ ਆ, ਨਾ ਡਾਇਰੈਕਸ਼ਨ ਚੇਂਜ ਕਰਨੀ ਹੈ। ਤਾਂ ਦੋ ਵੈਕਟਰ ਆਪਾਂ ਦੋਨਾਂ ਇਨੀਸ਼ੀਅਲ ਪੁਆਇੰਟ ਸੇਮ ਕਰ ਲਿਆ ਐਂਗਲ ਕੱਢਣ ਵਾਸਤੇ, ਜਾਂ ਦੋਨਾਂ ਨੂੰ ਟੇਲ ਟੂ ਟੇਲ ਜੁਆਇਨ ਕਰ ਲੈਣਾ। ਜਿਹੜਾ ਇਹ ਵਾਲਾ ਐਂਗਲ ਹੋਊਗਾ, ਸਪੋਜ਼ ਕਰ ਲਓ ਕਿ ਅਲਫਾ ਹੈਗਾ, ਇਹਨੂੰ ਕਹਾਂਗੇ ਆਪਾਂ ਐਂਗਲ ਬਿਟਵੀਨ ਵੈਕਟਰਸ, ਇਹਨੂੰ ਆਪਾਂ ਐਂਗਲ ਬਿਟਵੀਨ ਵੈਕਟਰਸ ਕਹਾਂਗੇ। ਜਿਵੇਂ ਇੱਕ ਐਗਜ਼ਾਮਪਲ ਹੋਰ ਦੇਖ ਲੈਂਦੇ ਹਾਂ, ਤੁਸੀਂ ਵੀ ਦੇਖੋ ਕਿ ਇੱਕ ਆ ਵੈਕਟਰ ਪੀ ਵੈਕਟਰ, ਇੱਕ ਆ ਵੈਕਟਰ ਕਿਊ ਵੈਕਟਰ, ਇਹ ਐਂਗਲ ਅਲਫਾ, ਤਾਂ ਇਹਨਾਂ ਦੋਨਾਂ ਵੈਕਟਰ ਦੇ ਵਿੱਚ ਐਂਗਲ ਕਿੰਨਾ ਹੋਊਗਾ। ਹੁਣ ਦਿਮਾਗ 'ਚ ਆ ਰਿਹਾ ਐਂਗਲ ਦਿੱਤਾ ਹੀ ਹੋਇਆ ਸਿੱਧਾ ਆਪਾਂ ਨੂੰ, ਇਹ ਐਂਗਲ ਨਹੀਂ ਹੈ ਦੋਨਾਂ ਵਿੱਚ। ਇਹ ਐਂਗਲ ਕਿਉਂ ਨਹੀਂ ਹੈ? ਬਿਕੋਜ਼ ਇਹਦਾ ਇਨੀਸ਼ੀਅਲ ਪੁਆਇੰਟ ਉਰੇ ਆ, ਇਹਦਾ ਇਨੀਸ਼ੀਅਲ ਪੁਆਇੰਟ ਉਰੇ, ਇਨੀਸ਼ੀਅਲ ਪੁਆਇੰਟ ਸੇਮ ਕਰਨਾ ਆਪਾਂ ਨੇ। ਜਾਂ ਇਹ ਕਹ ਲਓ ਇਹਦੀ ਟੇਲ ਉਰੇ ਆ, ਇਹ ਵੈਕਟਰ ਦੀ ਟੇਲ ਇੱਥੇ ਹੈਗੀ ਆ, ਇਹ ਸੇਮ ਨਹੀਂ ਹੈਗੀ, ਟੇਲ ਟੂ ਟੇਲ ਜੁਆਇਨ ਹੋਊਗਾ ਤਾਂ ਹੀ ਆਪਾਂ ਐਂਗਲ ਕੱਢਾਂਗੇ। ਐਂਗਲ ਅਲਫਾ ਨਹੀਂ ਹੈ ਇਹਦੇ ਵਿੱਚ। ਤਾਂ ਇਹਦੀ ਕੋਈ ਵੀ ਇੱਕ ਵੈਕਟਰ, ਇਹ ਵੈਕਟਰ ਮੂਵ ਕਰਕੇ ਚੱਕ ਕੇ ਆਪਾਂ ਨੀਚੇ ਲੈ ਜਾਵਾਂਗੇ, ਆਹ ਵੈਕਟਰ ਚੱਕ ਕੇ ਆਪਾਂ ਨੀਚੇ ਲੈ ਗਏ। ਹੁਣ ਨਾਲ ਕੰਸੈਪਟ ਆ ਜਾਣਗੇ 10th ਕਲਾਸ ਦੇ, ਉਹ ਨਾਲ ਦੱਸੀ ਜਾਵਾਂਗਾ, ਤੁਸੀਂ ਆਪਣੇ ਨੋਟ ਕਰੀ ਜਾਈਓ। ਹੁਣ ਇਹ ਕਿਉਂ ਵੈਕਟਰ ਆ ਗਿਆ, ਤਾਂ ਹੁਣ ਆਹ ਵੈਕਟਰ ਦੀ ਟੇਲ ਤੇ ਇਹ ਵੈਕਟਰ ਦੀ ਟੇਲ ਸੇਮ ਹੋ ਗਈ, ਜਾਂ ਦੋਨਾਂ ਇਨੀਸ਼ੀਅਲ ਪੁਆਇੰਟ ਸੇਮ ਹੋ ਗਿਆ। ਹੁਣ ਆਪਾਂ ਇਹਦੇ 'ਚ ਐਂਗਲ ਫਾਈਂਡ ਕਰ ਸਕਦੇ ਹਾਂ ਕਿੰਨਾ ਹੋਊਗਾ, ਇਹ ਵਾਲਾ ਐਂਗਲ ਹੋਊਗਾ, ਇਹ ਐਂਗਲ। ਹੁਣ ਇਹ 10th ਕਲਾਸ ਦੇ ਵਿੱਚ ਪ੍ਰੋਪਰਟੀ ਹੁੰਦੀ ਸੀਗੀ ਕਿ ਸਟ੍ਰੇਟ ਲਾਈਨ ਦੇ ਉੱਪਰ ਜਿੰਨੇ ਮਰਜ਼ੀ ਐਂਗਲ ਬਣਨ ਸਟ੍ਰੇਟ ਲਾਈਨ ਦੇ ਉੱਪਰ, ਇਹਨਾਂ ਸਾਰੇ ਐਂਗਲ ਦਾ ਸਮ ਜਿਹੜਾ ਹੁੰਦਾ ਉਹ 180 ਹੁੰਦਾ। ਸ਼ਾਇਦ ਧਿਆਨ ਦੇ ਵਿੱਚ ਹੋਵੇ, ਜਿਹਨੇ ਇੰਗਲਿਸ਼ ਮੀਡੀਅਮ 'ਚ ਪੜ੍ਹਿਆ ਹੋਵੇ, ਇਹਨੂੰ ਕਹਿੰਦੇ ਆਪਾਂ ਲੀਨੀਅਰ ਪੇਅਰ ਪ੍ਰੋਪਰਟੀ। ਲੀਨੀਅਰ ਪੇਅਰ ਪ੍ਰੋਪਰਟੀ, ਚਲੋ ਜਿੰਨੇ ਵੀ ਐਂਗਲ ਆ ਸਟ੍ਰੇਟ ਲਾਈਨ ਬਣ ਗਈ, ਜਿੰਨੇ ਵੀ ਐਂਗਲ ਦਾ ਸਮ ਜਿਹੜਾ ਉਹ 180 ਹੋਊਗਾ। ਤਾਂ ਇਹ ਵਾਲਾ ਐਂਗਲ ਆਪਾਂ ਕੱਢ ਸਕਦੇ ਹੈਗੇ ਆ, 180 ਚੋਂ ਮਾਈਨਸ ਕਰ ਲਵਾਂਗੇ, ਇਹ 180 ਡਿਗਰੀ ਮਾਈਨਸ ਅਲਫਾ ਐਂਗਲ ਬਣ ਜਾਏਗਾ, ਇਹ ਇੱਦਾਂ ਐਂਗਲ ਹੋਊਗਾ। ਤਾਂ ਐਂਗਲ ਬਣਾਉਣ ਲੱਗੇ ਖਾਸ ਧਿਆਨ ਰੱਖਣਾ ਵੈਕਟਰਾਂ ਵੀ ਜਿਹੜੇ ਐਂਗਲ ਹੋਣਗੇ ਆਪਾਂ ਟੇਲ ਟੂ ਟੇਲ ਜੁਆਇਨ ਕਰਨਾ। ਇੱਕ ਤਾਂ ਇਹ ਗੱਲ ਹੋ ਗਈ ਇਹਦੇ ਵਿੱਚ। ਇੱਕ ਕੰਸੈਪਟ ਹੋਰ ਦੇਖਣਾ ਆਪਾਂ ਇਹਦੇ ਵਿੱਚ, ਇਹ ਹਜੇ ਸਾਰਾ +1 + 2 ਵਾਲਾ ਕੰਸੈਪਟ ਚੱਲ ਰਿਹਾ, BSc ਦਾ ਕੰਸੈਪਟ ਹਜੇ ਆਪਾਂ ਸਟਾਰਟ ਕਰਨਾ ਹੈ। ਇੱਕ ਗੱਲ ਆਪਾਂ ਹੋਰ ਦੇਖ ਸਕਦੇ ਹਾਂ ਇਹਦੇ ਵਿੱਚ, ਦੇਖਣੀ ਹੈ, ਜੇ ਇੱਦਾਂ ਲਿਖਿਆ ਹੋਵੇ ਕਿ P ਵੈਕਟਰ ਰਿਪਰੈਜ਼ੈਂਟ ਕੰਪਲੀਟਲੀ ਬਾਏ AB ਵੈਕਟਰ। ਇੱਕ ਇਹ ਲਾਈਨ ਆ, ਇੱਕ ਇਹ ਹੈਗੀ ਹੈ P ਵੈਕਟਰ ਇਜ਼ ਅਲੋਂਗ AB ਵੈਕਟਰ। ਇਹ ਦੋ ਕੰਸੈਪਟ ਹੁੰਦੇ। P ਵੈਕਟਰ ਰਿਪਰੈਜ਼ੈਂਟ ਕੰਪਲੀਟਲੀ ਬਾਏ AB ਵੈਕਟਰ, ਇਹਦਾ ਮਤਲਬ ਕੀ ਬਣ ਗਿਆ, ਆ AB ਵੈਕਟਰ ਇਹ ਰਿਪਰੈਜ਼ੈਂਟ ਮੈਂ ਦਰਸਾਉਂਦਾ ਹੈਗਾ ਕੰਪਲੀਟਲੀ, ਇਹ ਪੂਰਾ P ਨੂੰ ਦਰਸਾ ਰਿਹਾ ਜਾਂ P ਨੂੰ ਦੱਸ ਰਿਹਾ ਹੈਗਾ। ਮਤਲਬ ਕਿ AB ਵੈਕਟਰ ਜਿਹੜਾ ਹੈਗਾ ਇਹ ਦੱਸ ਰਿਹਾ ਪੂਰੇ P ਵੈਕਟਰ ਨੂੰ ਸਮਝਾ ਰਿਹਾ, ਰਿਪਰੈਜ਼ੈਂਟ ਦੱਸ ਰਿਹਾ ਹੈਗਾ। ਮਤਲਬ ਪੂਰੇ ਨੂੰ ਮਤਲਬ ਕੀ ਬਣ ਗਿਆ, ਵੈਕਟਰ ਵਾਸਤੇ ਦੋ ਗੱਲਾਂ ਚਾਹੀਦੀਆਂ ਹੁੰਦੀਆਂ ਆਪਾਂ ਨੂੰ, ਇੱਕ ਚਾਹੀਦੀ ਹੁੰਦੀ ਹੈ ਡਾਇਰੈਕਸ਼ਨ, ਇੱਕ ਚਾਹੀਦਾ ਹੁੰਦਾ ਪਲੱਸ ਮੈਗਨੀਟਿਊਡ। ਇਹ ਦੋਨੇ ਗੱਲਾਂ ਚਾਹੀਦੀਆਂ ਆਪਾਂ ਨੂੰ
ਫਿਰ ਵੈਕਟਰ ਆਪਾਂ ਨੂੰ ਪ੍ਰੋਪਰ ਲੱਗੂ ਪਤਾ ਕਿ ਵੈਕਟਰ ਹੈ ਕੀ ਹੈ। ਹੁਣ ਡਾਇਰੈਕਸ਼ਨ ਵੀ ਏ ਬੀ ਚੋਂ ਨਿਕਲ ਰਹੀ ਆ, ਲੱਗ ਰਿਹਾ ਪਤਾ ਕਿ ਏ ਤੋਂ ਬੀ ਜਾਣਾ ਪੀ ਵੈਕਟਰ ਨੇ, ਡਾਇਰੈਕਸ਼ਨ ਲੱਗ ਗਈ ਪਤਾ ਆਪਾਂ ਨੂੰ, ਅਤੇ ਮੈਗਨੀਟਿਊਡ ਵੀ ਇਹਦੇ ਵਿੱਚੋਂ ਹੀ ਕੱਢਣਾ। ਦੋਨੇ ਗੱਲਾਂ ਮਤਲਬ ਕੰਪਲੀਟ ਰਿਪਰੈਜ਼ੈਂਟ ਕਰ ਰਿਹਾ, ਦੋਨੇ ਗੱਲਾਂ ਏ ਬੀ 'ਚ ਲੈਣੀਆਂ ਨੇ। ਮਤਲਬ ਪੀ ਵੈਕਟਰ ਦੀ ਲੈਂਥ ਵੀ ਏ ਤੋਂ ਬੀ ਮਾਪ ਕਰਨਾ, ਮੈਜ਼ਰ ਕਰਨਾ, ਅਤੇ ਡਾਇਰੈਕਸ਼ਨ ਕੀ ਹੈਗੀ ਆਪਾਂ ਡਾਇਰੈਕਸ਼ਨ ਇਹ ਹੈ। ਤਾਂ ਮਤਲਬ ਕੀ ਕਹਿ ਸਕਦੇ ਜਿਹੜਾ ਪੀ ਵੈਕਟਰ ਹੈਗਾ ਇਸ ਕੇਸ 'ਚ ਏ ਬੀ ਵੈਕਟਰ। ਥੋੜ੍ਹਾ ਜਿਹਾ ਹੋਰ ਕਲੀਅਰ ਹੋ ਜਾਊਗਾ, ਆਪਾਂ ਅਗਲਾ ਪੜ੍ਹਦੇ ਹਾਂ ਫਿਰ ਹੋਰ ਕਲੀਅਰ ਹੋ ਜਾਊਗਾ। ਜਿਵੇਂ ਇਹ ਪੀ ਵੈਕਟਰ ਆ, ਪੀ ਵੈਕਟਰ ਇਜ਼ ਅਲੋਂਗ ਏ ਬੀ ਵੈਕਟਰ, ਇਹ ਮਤਲਬ ਕੀ ਬਣਿਆ, ਆ ਏ ਬੀ ਆ, ਆ ਪੀ ਵੈਕਟਰ ਪਾਉਣਾ ਆਪਾਂ ਇੱਦਾਂ ਹੀ, ਇਹ ਵੀ ਇੱਦਾਂ ਹੀ ਪਾਉਣਾ, ਇਹ ਵੀ ਆਪਾਂ ਇੱਦਾਂ ਹੀ ਪਾਉਣਾ। ਇਹ ਹੈ ਕੀ ਆ, ਜਿਹੜਾ ਪੀ ਵੈਕਟਰ ਆ ਅਲੋਂਗ ਏ ਬੀ ਆ, ਮਤਲਬ ਕਿ ਡਾਇਰੈਕਸ਼ਨ ਤਾਂ ਲੱਗ ਹੀ ਪਤਾ ਕਿ ਏ ਬੀ ਦੇ ਅਲੋਂਗ ਜਾਣਾ, ਏ ਬੀ ਦੇ ਵਾਂਗੂ ਜਾਣਾ, ਪਰ ਲੈਂਥ ਬਾਰੇ ਕੁਛ ਨਹੀਂ ਪਤਾ ਉਰੇ। ਇਹ ਨਹੀਂ ਪਤਾ ਕਿ ਪੀ ਵੈਕਟਰ ਦੀ ਲੈਂਥ ਜਿਹੜੀ ਹੈਗੀ ਆ ਇੰਨੀ ਹੋਊਗੀ ਕਿ ਹੋਰ ਵੱਧ ਹੋਊਗੀ, ਜਿਵੇਂ ਮੈਂ ਡਾਟਡ ਬਣਾ ਰਿਹਾ। ਇਹ ਇੱਥੋਂ ਇਹ ਤਾਂ ਗੱਲ ਕਲੀਅਰ ਹੋ ਰਹੀ ਆ ਆਪਾਂ ਨੂੰ ਕਿ ਡਾਇਰੈਕਸ਼ਨ ਜਿਹੜੀ ਆ ਉਹ ਏ ਤੋਂ ਬੀ ਜਾਣਾ, ਪਰ ਇਹ ਗੱਲ ਨਹੀਂ ਇੱਥੇ ਕਲੀਅਰ ਹੋ ਰਹੀ ਕਿ ਇਹ ਲੈਂਥ ਕਿੰਨੀ ਹੋਊਗੀ ਪੀ ਵੈਕਟਰ ਦੀ। ਲੈਂਥ ਛੋਟੀ ਵੀ ਹੋ ਸਕਦੀ ਹੈ, ਵੱਡੀ ਵੀ ਹੋ ਸਕਦੀ, ਹੋਰ ਵੱਡੀ ਹੋ ਸਕਦੀ, ਹੋਰ ਵੱਡੀ ਹੋ ਸਕਦੀ ਹੈ। ਉਰੇ ਸਿਰਫ ਇੱਕੋ ਗੱਲ ਕਹੀ ਹੈ ਕਿ ਪੀ ਵੈਕਟਰ ਦੀ ਡਾਇਰੈਕਸ਼ਨ ਦੱਸੀ ਹੈ ਬਸ ਆਪਾਂ। ਉਰੇ ਪੀ ਵੈਕਟਰ ਕੰਪਲੀਟਲੀ ਰਿਪਰੈਜ਼ੈਂਟਡ ਬਾਏ ਜਾਂ ਰਿਪਰੈਜ਼ੈਂਟ ਕੰਪਲੀਟਲੀ ਬਾਏ ਦਿਸ, ਇਹਦੇ ਵਿੱਚ ਕੀ ਹੈਗਾ ਡਾਇਰੈਕਸ਼ਨ ਵੀ ਪਤਾ ਆਪਾਂ ਨੂੰ, ਲੈਂਥ ਵੀ ਪਤਾ ਹੈਗੀ ਆ। ਤਾਂ ਇਹ ਉਰੋਂ ਤੋਂ ਲੈ ਕੇ ਉਰੇ ਤੱਕ ਇਹ ਪੀ ਵੈਕਟਰ, ਇਹ ਉਰੋਂ ਤੋਂ ਲੈ ਕੇ ਉਰੇ ਤੱਕ ਪੀ ਵੈਕਟਰ ਨਹੀਂ ਹੈਗਾ। ਡਾਇਰੈਕਸ਼ਨ ਲੱਗ ਹੀ ਪਤਾ, ਪਰ ਆਪਾਂ ਲੈਂਥ ਨਹੀਂ ਪਤਾ ਇਸ ਕੇਸ ਕਿੰਨੀ ਹੋਊਗੀ, ਲੈਂਥ ਘੱਟ ਵੱਧ ਸਕਦੀ ਹੈਗੀ। ਇਹ ਦੋ ਗੱਲਾਂ ਆਪਾਂ ਧਿਆਨ ਰੱਖਣੀਆਂ ਨੇ। ਅੱਗੇ ਤੋਂ ਜਿਵੇਂ ਪੀ ਵੈਕਟਰ ਪਾਤਾ ਆਪਾਂ, ਜਿਵੇਂ ਆਪਾਂ ਇੱਦਾਂ ਪਾ ਦਈਏ ਵੈਕਟਰ, ਜੇ ਆਪਾਂ ਨੇ ਸਕੇਲਰ ਕੁਆਂਟਿਟੀ ਹੈਗੀ ਲੈਣਾ, ਆਪਾਂ ਮੈਗਨੀਟਿਊਡ ਦੀ ਗੱਲ ਕਰਨੀ ਆ, ਤਾਂ ਜਿਹੜਾ ਪੀ ਵੈਕਟਰ ਦਾ ਸ਼ਾਇਦ ਨੂੰ +1 'ਚ ਯਾਦ ਹੋਵੇ, ਮੈਗਨੀਟਿਊਡ ਵਾਸਤੇ ਆਪਾਂ ਇੱਦਾਂ ਪਾਉਣਾ ਹੁੰਦਾ ਮੈਗਨੀਟਿਊਡ, ਇਹ ਆਪਾਂ ਸਿੰਪਲ ਪੀ ਪਾਉਂਦੇ ਹਾਂ, ਵੈਕਟਰ ਨਹੀਂ ਆਉਂਦਾ ਹੁੰਦਾ। ਜਿਵੇਂ ਏ ਬੀ ਵੈਕਟਰ ਦਾ ਮੈਗਨੀਟਿਊਡ ਕੀ ਹੋਊਗਾ, ਇਹ ਸਿੰਪਲ ਏ ਬੀ ਹੋਊਗਾ, ਇੱਦਾਂ ਪਾਉਂਦੇ ਹਾਂ। ਮਤਲਬ ਕਿ ਜੇ ਆਪਾਂ ਮੈਗਨੀਟਿਊਡ ਦੀ ਗੱਲ ਕਰਾਂ, ਜੇ ਮੈਂ ਇੱਥੇ ਇੱਦਾਂ ਪਾ ਰਿਹਾ ਪੀ ਵੈਕਟਰ ਰਿਪਰੈਜ਼ੈਂਟ ਕੰਪਲੀਟਲੀ ਬਾਏ ਏ ਬੀ ਵੈਕਟਰ, ਤਾਂ ਉਰੇ ਏ ਬੀ ਪਾ ਕੇ ਉਰੇ ਇਕੱਲਾ ਪੀ ਪਾ ਸਕਦੇ ਆਪਾਂ। ਇਕੱਲਾ ਪੀ ਪਾਉਣ ਵਾਲਾ ਕੀ ਹੋ ਗਿਆ ਕਿ ਏ ਤੋਂ ਬੀ ਲੈਂਥ, ਧਿਆਨ ਰੱਖਣਾ ਪੀ ਕੀ ਹੋਊਗਾ ਏ ਬੀ। ਪੀ ਜਿਹੜਾ ਹੈਗਾ ਇਹ ਮੈਗਨੀਟਿਊਡ ਆ, ਮੈਗਨੀਟਿਊਡ ਹੈ, ਤੇ ਗੱਲ ਧਿਆਨ ਰੱਖਣੀ ਹੈ। ਜੇ ਪੀ ਜਿਹੜਾ ਹੈਗਾ ਉਹ ਮੈਗਨੀਟਿਊਡ ਹੈਗਾ ਆਪਣੇ ਕੋਲ, ਤਾਂ ਏ ਬੀ ਨਾਲ ਕੰਪਲੀਟਲੀ ਰਿਪਰੈਜ਼ੈਂਟ ਹੋ ਰਿਹਾ, ਜੋ ਏ ਬੀ ਦੀ ਲੈਂਥ ਹੋਊਗੀ ਉਹੀ ਇਹਦਾ ਮੈਗਨੀਟਿਊਡ ਹੋਊਗਾ। ਡਾਇਰੈਕਸ਼ਨ ਵੀ ਇਹੀ ਹੋਊਗੀ ਅਤੇ ਮੈਗਨੀਟਿਊਡ ਆਪਾਂ ਸਾਰੇ ਇਹਦੇ ਵਿੱਚੋਂ ਕੱਢ ਸਕਦੇ ਹਾਂ। ਇਹ ਗੱਲ ਦੁਬਾਰਾ ਦੇਖ ਲਓ, ਕੰਪਲੀਟ ਰਿਪਰੈਜ਼ੈਂਟ ਕੀ ਹੋਵੇਗੀ, ਏ ਵੈਕਟਰ ਡਾਇਰੈਕਸ਼ਨ ਕੀ ਹੋਊਗੀ, ਏ ਤੋਂ ਬੀ ਜਾ ਰਿਹਾ, ਡਾਇਰੈਕਸ਼ਨ ਲੱਗ ਗਈ ਪਤਾ, ਅਤੇ ਇਹਦਾ ਮੈਗਨੀਟਿਊਡ ਕਿਵੇਂ ਕੱਢਣਾ ਵੈਕਟਰ ਦਾ, ਜੋ ਏ ਬੀ ਦਾ ਲੈਂਥ ਜਾਂ ਜੋ ਏ ਬੀ ਦੀ ਕੀ ਹੋਊਗੀ ਆਪਣੇ ਕੋਲ ਮੈਗਨੀਟਿਊਡ ਹੋਊਗਾ, ਉਹ ਇਹਦੇ ਬਰਾਬਰ ਹੋਊਗਾ, ਉਹ ਪੀ ਦਾ ਮੈਗਨੀਟਿਊਡ ਹੋਊਗਾ। ਤਾਂ ਜਿਹੜਾ ਪੀ ਹੋ ਗਿਆ ਇਹਨੂੰ ਪੀ ਕਹਾਂਗੇ ਆਪਾਂ, ਇਹਨੂੰ ਏ ਬੀ ਕਹਾਂਗੇ, ਤਾਂ ਪੀ ਇਕੁਅਲਸ ਟੂ ਏ ਬੀ ਹੋਊਗਾ ਇਹਦੇ ਵਿੱਚ। ਇਹ ਗੱਲਾਂ ਧਿਆਨ ਰੱਖਣੀਆਂ ਨੇ। ਬਾਕੀ ਹੋਰ ਜਿਵੇਂ ਜਿਵੇਂ ਕੰਸੈਪਟ ਛੋਟੀ ਕਲਾਸ ਦੇ ਆਈ ਜਾਣਗੇ ਉਵੇਂ ਆਪਾਂ ਨਾਲ ਕਰੀ ਜਾਵਾਂਗੇ। ਫਿਲਹਾਲ ਇੰਨੇ ਕੰਸੈਪਟ ਦੀ ਲੋੜ ਸੀ ਆਪਾਂ ਨੂੰ, ਫਿਰ ਅੱਗੇ ਚੱਲਦੇ ਹਾਂ ਆਪਾਂ ਇਸ ਤੋਂ ਬਾਅਦ। ਹੁਣ ਟੌਪਿਕ ਸ਼ੁਰੂ ਕਰ ਰਹੇ ਹਾਂ ਆਪਾਂ, ਫੋਰਸਿਸ ਐਕਟ ਐਟ ਅ ਪੁਆਇੰਟ। ਹੁਣ ਇਹਦੇ 'ਚ ਕੰਸੈਪਟ ਕੀ ਹੈ ਆਪਣੇ ਕੋਲ, ਫੋਰਸ ਇਹ ਵੈਕਟਰ ਕੁਆਂਟਿਟੀ ਹੁੰਦੀ ਹੈ, ਇਹਦੇ ਵਿੱਚ ਮੈਗਨੀਟਿਊਡ ਵੀ ਹੋਊਗਾ ਅਤੇ ਡਾਇਰੈਕਸ਼ਨ ਵੀ ਹੋਏਗੀ। ਮੰਨ ਲਓ ਇੱਦਾਂ ਕਰ ਰਹੇ ਹਾਂ ਆਪਾਂ, ਉਰੇ ਕੋਈ ਪੁਆਇੰਟ ਆ, ਇੱਧਰ ਪੀ ਫੋਰਸ ਲਾਈ ਆਪਾਂ, ਹੁਣ ਇਹ ਗੱਲ ਧਿਆਨ ਰੱਖਣੀ ਆ, ਆਹ ਲੈਂਥ ਪੀ ਰਿਪਰੈਜ਼ੈਂਟ ਕਰੇ, ਵੈਕਟਰ ਪਾ ਲਓ ਤਾਂ ਵੀ ਠੀਕ ਆ, ਜੇ ਵੈਕਟਰ ਨਹੀਂ ਪਾਓਗੇ ਤਾਂ ਵੀ ਠੀਕ ਹੈ, ਕਿ ਮੈਗਨੀਟਿਊਡ ਦੀ ਗੱਲ ਕਰ ਰਹੇ ਹਾਂ ਆਪਾਂ। ਇੱਧਰ ਪੀ ਫੋਰਸ ਲਾਈ ਆਪਾਂ ਨੇ, ਇੱਧਰਲੇ ਪਾਸੇ ਕਿਊ ਫੋਰਸ ਲਾਈ। ਥੋੜ੍ਹਾ ਹੋਰ ਸਮਝਣਾ, ਮਤਲਬ ਕਿ ਇੱਦਾਂ ਇੱਕ ਪੁਆਇੰਟ 'ਤੇ ਇੱਕ ਬੰਦਾ ਇੱਧਰ ਨੂੰ ਖਿੱਚ ਰਿਹਾ, ਇੱਕ ਬੰਦਾ ਇੱਧਰ ਨੂੰ ਖਿੱਚ ਰਿਹਾ ਹੈਗਾ, ਤਾਂ ਆਪਾਂ ਇਹ ਪਤਾ ਕਰਨਾ ਕਿ ਜਿਹੜਾ ਇਹ ਪੁਆਇੰਟ ਆ ਕਿੱਧਰ ਮੂਵ ਕਰੇਗਾ। ਮਤਲਬ ਫੋਰਸਿਸ ਐਕਟ ਐਟ ਅ ਪੁਆਇੰਟ, ਇੱਕ ਪੁਆਇੰਟ 'ਤੇ 2 ਫੋਰਸਿਸ ਲਾਵਾਂਗੇ, 3 ਲਾਵਾਂਗੇ, 4 ਲਾਵਾਂਗੇ, ਤਾਂ ਇਹ ਵਾਲਾ ਪੁਆਇੰਟ ਕਿੱਧਰ ਨੂੰ ਮੂਵ ਕਰੇਗਾ। ਥੋੜ੍ਹਾ ਹੋਰ ਸਮਝਣ ਵਾਸਤੇ ਆਪਾਂ ਇੱਦਾਂ ਲੈਣਾ ਕਿ ਫੋਰਸਿਸ ਵਾਸਤੇ ਜਿਵੇਂ ਆਹ ਪੁਆਇੰਟ ਆ, ਇੱਕ ਬੰਦਾ ਇੱਧਰ ਜ਼ੋਰ ਲਾ ਰਿਹਾ ਹੈਗਾ, ਹੁਣ ਫੋਰਸ ਨੂੰ ਰਿਪਰੈਜ਼ੈਂਟ ਕਰਨ ਵਾਸਤੇ ਆਪਾਂ ਨਿਊਟਨ ਯੂਜ਼ ਕਰਦੇ। ਮੰਨ ਲਓ ਇੱਦਾਂ ਕਹਿ ਦਿਓ ਕਿ 10 ਨਿਊਟਨ ਫੋਰਸ ਲਾ ਰਿਹਾ ਇੱਧਰਲੇ ਪਾਸੇ, ਇੱਕ ਬੰਦਾ ਖਿੱਚ ਰਿਹਾ ਇਹਨੂੰ,
एक बंदा इधरले पासे खिंच रहा 20 न्यूटन, दोने जोर ला रहे हैं। ये सिर्फ ये रिप्रजेंट करता कि 10 मतलब कि ये फोर्स घट आ, हजे ये 20 मतलब कि फोर्स ज़्यादा, ये फोर्स ज़्यादा ना खिंच रहा है, ये घट फोर्स ना खिंच रहा है। तो रिजल्टेंट ओवरऑल बॉडी किधर मूव करेगी ये देखना अपने। तो लग भी रहा होगा कि जी ओवरऑल बॉडी हैगी आ वो इधरले पासे मूव करेगी। इनू आप कहांगे रिजल्ट की आऊगा इसका, जिन्होंने कहांगे आप रिजल्टेंट वैक्टर या सिंपल कला रिजल्टेंट कह लो कि जे एक पॉइंट ते फोर्सा लग रही ने तो रिजल्ट की आऊगा। यदा मतलब कि इधर फोर्स 10 न्यूटन लग रही हैगी आ, इधर फोर्स 20 न्यूटन लग रही है। रिजल्ट की आऊगा, रिजल्ट ये आऊगा कि ये बंदा जोड़ा हैगा इनू खिंच के लै जाऊगा पिछे, तो मतलब कि रिजल्ट मतलब कि बॉडी इधरले पासे मूव करेगी। इनू रिजल्टेंट वैक्टर कहांगे, रिजल्ट आया जां कला रिजल्टेंट कहांगे। थोड़ा होर देख लें आप, ये उपर बाद चों आने। जिमें एक बंदा जोर ला रहा है 10, दोबारा दस रहे हैं ये 10 20 सिर्फ ये दसने वास्ते अपने को, ये सिर्फ ये गल अपने को कि यदी फोर्स जी हैगी है इन्होंने घट आ 20 मतलब कि वध है। 10 न्यूटन ना खिंच रहेगा, इधरली पासे दूजा बंदा जोर ला रहा है 20 न्यूटन का, दोनों एक साइड जोर ला रहे हैं। तो बॉडी किधर मूव करेगी, तो बॉडी इधरले पासे मूव करेगी। ये रिजल्टेंट हो गया। अपना काम की हैगा इस टॉपिक दे विच आपां रिजल्टेंट कटना, मतलब रिजल्टेंट दे विच आपां एक डायरैक्शन फाइंड करनी है, एक आपां ने मैग्नीट्यूड फाइंड करना। यह टॉपिक आ इस चैप्टर दे विच रिजल्टेंट फाइंड करना आपां फोर्सेस। फिलहाल तो 2 फोर्सेस ने, अगे होर भी फोर्सेस अगे चले जाऊगा हिसाब नाल। फिलहाल आपां 2 फोर्सेस पढ़नियां इहदे विच। चलो ये पर आने थोड़ा जिहा देखना ध्यान जे लग रहा हो पता, ये समझने वास्ते थोड़ा इधर दस रहे। एक 10 न्यूटन की फोर्स इधरले पासे, इधर 20 न्यूटन की फोर्स, तो ये पॉइंट की फोर्स आ रहा है। आप देखना कि पॉइंट किधर मूव करेगा। हुण देखना ध्यान कि पॉइंट किद्दां मूव करेगा। जे ये बंदा इधरले पासे फोर्स ला रहा तो इधर पॉइंट इधरों खिंच रहा, ये उपरों खिंच रहा, मतलब कि जिहड़ा ये पॉइंट हैगा ये इधरले पासे भी जाऊगा क्योंकि इधर जोर ला रहा खिंच रहा, अगे भी जाऊगा ऊपर भी जाऊगा कि ऊपर भी खिंच पै रही अगे भी खिंच पै रही है। तो ये पॉइंट मूव करके इत्थे आ जाएगा, समझ आ रहा हो। ये पॉइंट जिहड़ा हैगा अगे भी चला गया, अगे हो गया थोड़ा जिहा, तो ऊपर भी चला गया इहदे लौंग, तो पॉइंट इत्थे आऊगा। फिर होर अगे चला गया, फिर होर ऊपर चला गया, फिर अगे होर ऊपर चला गया, तो पॉइंट इदां मूव करेगा। जे पॉइंट इदां मूव करेगा तो इन्हां 2 फोर्सेस का रिजल्ट आह आऊगा कि यह पॉइंट विच मूव करेगा दोनों के, क्योंकि एक इधर खिंच रहा एक ऊपर खिंच रहा है। तो ये पॉइंट जोड़ा विच मूव करेगा, तो इनू कहांगे आपां ये रिजल्ट आ इहदा, इन्हां दोनों फोर्सेस करके आ रिजल्ट आया, अपना आंसर ये आया कि बॉडी इधर मूव कर रही है। इन्हूं कहांगे आपां रिजल्टेंट, कि रिजल्टेंट इधरले पासे जा रहे। मतलब की गल बनी इहदे विच, जे अपने कोल पी फोर्स आ इधर क्यू फोर्स, दोबारा ध्यान देखियो आ लेंथ पी पाई है आप, आ लेंथ क्यू पाई है, फोर्स की डायरैक्शन यही है। तो पी की रिप्रजेंट करता है फोर्स का लेंथ या फोर्स की मैग्नीट्यूड। आ 2 फोर्स लाइए इस पॉइंट से, तो पॉइंट विच ये मूव करूँ किते। इनू होर समझने वास्ते एक एग्जाम्पल होर लै रहे हैं। एक पॉइंट एक बंदा इधर जोर ला रहा है, मान लो फोर्स हैगी 100 न्यूटन की, एक बंदा इधर जोर ला रहा है, इधर फोर्स हैगी मान लो 10 न्यूटन की। एक आह रिजल्ट आ, एक आह रिजल्ट देखना अपने। इधर फोर्स हैगी 50 न्यूटन की, इधर भी फोर्स हैगी 50 न्यूटन की। समझने वास्ते मतलब कि जे आप थोड़ा जिहा अपने दिमाग नाल विजुलाइज करिए तो गल सौखी समझ आ जाएगी। पहला आ देखते हैं, फिर बाद चों आने।
ਹੁਣ ਆਹ ਪੁਆਇੰਟ ਆ ਦੋਨੇ ਬਰਾਬਰ ਜ਼ੋਰ ਲਾ ਰਹੇ ਨੇ, ਮਤਲਬ ਕਿ ਇਹਦਾ ਝੁਕਾਅ ਇਹਦੇ ਵੱਲ ਜਿੰਨਾ ਅੱਗੇ ਜਾਏਗੀ, ਜਿੰਨਾ ਇਹਦੇ ਵੱਲ ਜਾਏਗੀ ਓਨਾ ਹੀ ਇਹਦੇ ਵੱਲ ਜਾਏਗੀ, ਮਤਲਬ ਜਿੰਨਾ ਅੱਗੇ ਜਾਏਗੀ ਓਨਾ ਹੀ ਉੱਪਰ ਜਾਏਗੀ, ਮਤਲਬ ਕਿ ਬਰਾਬਰ ਸੈਂਟਰ 'ਚ ਇੱਥੇ ਰਹੂਗੀ, ਫਿਰ ਬਰਾਬਰ ਜਿੰਨਾ ਅੱਗੇ ਜਾਏਗੀ ਓਨਾ ਉੱਪਰ, ਬਿਕੋਜ਼ ਦੋਨੇ ਬਰਾਬਰ ਫੋਰਸ ਨਾਲ ਖਿੱਚ ਰਹੇ ਨੇ, ਦੋਨੋਂ ਪਾਸੇ ਬਰਾਬਰ ਹੋਊਗਾ, ਮਤਲਬ ਜਿਹੜਾ ਰਿਜ਼ਲਟੈਂਟ ਹੋਊਗਾ ਬਿਲਕੁਲ ਸੈਂਟਰ ਦੇ ਵਿੱਚ ਆਊਗਾ, ਕਿਸੇ ਵੱਲ ਵੱਧ ਘੱਟ ਨਹੀਂ ਹੋਊਗਾ, ਬਿਕੋਜ਼ ਦੋਨੇ ਫੋਰਸ ਜਿਹੜੀਆਂ ਬਰਾਬਰ ਨਾਲ ਖਿੱਚ ਰਹੇ ਨੇ। ਇਹਨੂੰ ਸਮਝਣ ਵਾਸਤੇ ਇੱਥੇ ਵੀ ਦੇਖ ਲਓ ਥੋੜ੍ਹਾ ਜਿਹਾ, ਹੁਣ ਇਹ ਜ਼ੋਰ ਵੱਧ ਲਾ ਰਿਹਾ, ਇਹ ਇਸ ਨਾਲੋਂ 10 ਗੁਣਾ ਵੱਧ ਜ਼ੋਰ ਲਾ ਰਿਹਾ, ਤਾਂ ਬਾਡੀ ਜਿਹੜੀ ਹੈਗੀ ਆ ਜ਼ਿਆਦਾ ਇਹਦੇ ਵੱਲ ਮੂਵ ਕਰੇਗੀ ਇਹਦੇ ਨਾਲੋਂ, ਮਤਲਬ ਕਿ ਇੱਧਰ ਹੋਊਗੀ, ਇੱਧਰ ਇੱਦਾਂ ਨਾਲੋਂ, ਜੇ ਗੱਲ ਸਮਝ ਆ ਰਹੀ ਹੋਵੇ। ਬਾਡੀ ਜੋ ਹੈਗੀ ਆ ਉਹ ਇੱਧਰਲੇ ਪਾਸੇ ਜ਼ਿਆਦਾ ਮੂਵ ਕਰੇਗੀ, ਮਤਲਬ ਕਿ ਅੱਗੇ ਜ਼ਿਆਦਾ ਹੋਊਗੀ, ਅੱਗੇ ਜ਼ਿਆਦਾ ਹੋਈ, ਉੱਪਰ ਘੱਟ ਹੋਈ ਆ, ਦੇਖੋ ਅੱਗੇ ਜਿਹੜਾ ਹੈਗਾ ਉਹ ਜ਼ਿਆਦਾ ਕੀਤਾ, ਅੱਗੇ ਜ਼ਿਆਦਾ ਕੀਤਾ, ਉੱਪਰ ਘੱਟ ਕੀਤਾ, ਫਿਰ ਅੱਗੇ ਹੋਰ ਜ਼ਿਆਦਾ ਕਰਤਾ, ਉੱਪਰ ਘੱਟ ਕਰਤਾ। ਅੱਗੇ ਜ਼ਿਆਦਾ ਕਿਉਂ ਹੋ ਰਿਹਾ? ਬਿਕੋਜ਼ ਇਹ ਫੋਰਸ ਜ਼ਿਆਦਾ ਹੈ, ਬਾਡੀ ਜ਼ਿਆਦਾ ਇੱਧਰ ਵੱਲ ਮੂਵ ਕਰੇਗੀ, ਉੱਪਰ ਘੱਟ ਹੌਲੀ ਜਾਏਗੀ, ਤਾਂ ਰਿਜ਼ਲਟੈਂਟ ਉੱਧਰਲੇ ਪਾਸੇ ਬੈਂਡ ਕਰ ਜਾਊਗਾ। ਜੇ ਫੋਰਸ ਬਰਾਬਰ ਨੇ ਰਿਜ਼ਲਟੈਂਟ ਵਿੱਚੋਂ ਹੋਊਗਾ, ਜੇ ਫੋਰਸ ਆਪਣੇ ਜਿਹੜੀ ਫੋਰਸ ਵੱਡੀ ਹੁੰਦੀ ਹੈ ਰਿਜ਼ਲਟੈਂਟ ਉੱਧਰਲੇ ਪਾਸੇ ਜ਼ਿਆਦਾ ਹੁੰਦਾ, ਝੁਕਾਅ ਉੱਧਰਲੇ ਪਾਸੇ ਹੁੰਦਾ ਉਹਦਾ। ਹੁਣ ਇਹਦੇ ਵਿੱਚ ਉਮੀਦ ਆ ਕਿ ਤੁਹਾਨੂੰ ਸ਼ਾਇਦ ਸਮਝ ਆ ਗਿਆ ਹੋਵੇ। ਹੁਣ ਇਹਦੇ ਵਿੱਚ ਹੈ ਕੀ ਆਪਣੇ ਕੋਲ, ਇੱਕ ਆਹ ਫੋਰਸ ਆ P, ਇੱਕ ਆਹ ਫੋਰਸ ਆ Q। ਇਹ ਦੋ ਫੋਰਸ ਨੇ, ਨਹੀਂ ਪਤਾ ਕਿਹੜੀ ਵੱਡੀ ਕਿਹੜੀ ਛੋਟੀ ਆ, ਕੁਛ ਨਹੀਂ ਪਤਾ ਆਪਾਂ ਇਹਦੇ ਵਿੱਚੋਂ, ਪਰ ਇਹ ਗੱਲ ਇਹ ਇੱਧਰ ਖਿੱਚ ਰਿਹਾ, ਇਹ ਇੱਧਰ ਖਿੱਚ ਰਿਹਾ, ਪਤਾ ਲੱਗ ਰਿਹਾ ਕਿ ਬਾਡੀ ਅੱਗੇ ਵੀ ਜਾਏਗੀ ਉੱਪਰ ਵੀ ਜਾਏਗੀ, ਤਾਂ ਰਿਜ਼ਲਟੈਂਟ ਵਿੱਚ ਕਿਤੇ ਹੋਊਗਾ, ਇਹ ਪਤਾ ਨਹੀਂ ਕੀ ਹੋਊਗਾ, ਕਿੱਧਰ ਹੋਊਗਾ ਰਿਜ਼ਲਟੈਂਟ ਜਿਹੜਾ ਹੋਊਗਾ ਵਿੱਚ ਕਿਤੇ ਹੋਊਗਾ। ਤਾਂ ਇਹ ਜਿਹੜਾ ਹੈਗਾ ਰਿਜ਼ਲਟੈਂਟ ਦੱਸਣ ਵਾਸਤੇ ਕਿ ਇਹ ਰਿਜ਼ਲਟੈਂਟ ਦੀ ਡਾਇਰੈਕਸ਼ਨ ਕੀ ਹੋਊਗੀ, ਇਹ ਦੱਸਣ ਵਾਸਤੇ ਆਪਣੇ ਕੋਲ ਇੱਕ ਟੌਪਿਕ ਸੀਗਾ +1 ਦੇ ਵਿੱਚ, ਉਹ ਸੀਗਾ ਪੈਰਲਲੋਗ੍ਰਾਮ ਲਾਅ ਆਫ ਵੈਕਟਰਸ। ਪੈਰਲਲੋਗ੍ਰਾਮ ਲਾਅ ਆਫ ਵੈਕਟਰਸ। ਇਹਦੀ ਸਟੇਟਮੈਂਟ ਤੁਹਾਨੂੰ ਸਕਰੀਨ 'ਤੇ ਸ਼ੋ ਹੋ ਜਾਊਗੀ, ਮੈਂ ਲਿਖ ਨਹੀਂ ਰਿਹਾ, ਹੁਣ ਦੱਸ ਰਿਹਾ ਇਕੱਲਾ। ਇਹ ਹੈ ਕੀ ਆ, ਸਟੇਟਮੈਂਟ ਨੋਟ ਕਰ ਲਈ। ਇਹ ਹੈ ਕੀ ਆ, ਜਿਵੇਂ ਆਹ ਪੈਰਲਲੋਗ੍ਰਾਮ ਆ, ਮੰਨ ਲਓ ਪੈਰਲਲੋਗ੍ਰਾਮ ਫਿਗਰ ਕੀ ਹੁੰਦੀ ਹੈ, ਜਿਹਦੀਆਂ ਆਪੋਜ਼ਿਟ ਸਾਈਡਸ ਪੈਰਲਲ ਹੋਣ, A B C D, ਇਹ ਪੈਰਲਲੋਗ੍ਰਾਮ ਆ। AB ਕੰਪਲੀਟਲੀ ਰਿਪਰੈਜ਼ੈਂਟ ਕਰਦਾ ਹੈਗਾ P ਫੋਰਸ ਨੂੰ, P ਵੈਕਟਰ ਕੰਪਲੀਟਲੀ ਰਿਪਰੈਜ਼ੈਂਟ, ਮਤਲਬ ਕਿ ਜਿਹੜਾ P ਵੈਕਟਰ ਹੈਗਾ ਉਹ AB ਵੈਕਟਰ, ਜਿਹੜਾ AD ਹੈਗਾ ਇਹ ਕੰਪਲੀਟਲੀ ਰਿਪਰੈਜ਼ੈਂਟ ਕਰਦਾ Q ਵੈਕਟਰ ਨੂੰ, ਮਤਲਬ ਜਿਹੜਾ Q ਵੈਕਟਰ ਹੈਗਾ ਉਹ AD ਵੈਕਟਰ ਦੇ ਬਰਾਬਰ ਕੰਪਲੀਟਲੀ ਰਿਪਰੈਜ਼ੈਂਟ, ਮਤਲਬ ਕਿ ਲੈਂਥ ਵੀ AB 'ਚੋਂ ਕੱਢ ਲਾਂਗੇ, ਡਾਇਰੈਕਸ਼ਨ ਦਾ ਪਤਾ ਹੀ ਕਿੱਧਰ ਜਾਣਾ ਆਪਾਂ ਨੇ। ਤਾਂ ਇਹਨਾਂ ਦੋਨਾਂ ਫੋਰਸਿਸ ਦੇ ਪੁਆਇੰਟਸ ਤੋਂ ਜਿਹੜਾ ਇਨੀਸ਼ੀਅਲ ਪੁਆਇੰਟਸ ਦੇ ਵਿੱਚੋਂ ਜਿਹੜਾ ਡਾਇਗਨਲ ਨਿਕਲੇਗਾ ਇਹ ਰਿਜ਼ਲਟੈਂਟ ਰਿਪਰੈਜ਼ੈਂਟ ਕਰੇਗਾ, ਇਹ ਰਿਜ਼ਲਟੈਂਟ ਹੋਊਗਾ R ਵੈਕਟਰ। ਇਹ ਪੈਰਲਲੋਗ੍ਰਾਮ ਲਾਅ ਵੈਕਟਰ ਹੁੰਦਾ, ਮਤਲਬ ਰਿਜ਼ਲਟੈਂਟ ਹਮੇਸ਼ਾ ਜਿਵੇਂ ਆਹ ਦੋ ਫੋਰਸਿਸ ਨੇ, ਹੁਣ ਇੱਥੇ ਇਹ ਮਰਜ਼ੀ ਹੈ ਆਪਣੀ, ਵੈਕਟਰ ਪਾਓਗੇ ਤਾਂ ਵੀ ਠੀਕ ਆ, ਨਹੀਂ ਪਾਓਗੇ ਤਾਂ ਵੀ ਠੀਕ ਆ, ਕਿਉਂਕਿ ਦੱਸ ਰਿਹਾ ਹੈਗਾ ਕਿ AB ਦੇ ਲੌਂਗ ਫੋਰਸ P ਲਈ ਆ ਆਪਾਂ ਨੇ, ਇੱਧਰ Q ਲਿਆ, ਵੈਕਟਰ ਪਾਓਗੇ ਤਾਂ ਵੀ ਠੀਕ ਆ, ਨਹੀਂ ਪਾਓਗੇ ਤਾਂ ਵੀ ਠੀਕ ਆ, ਦੋਨੇ ਗੱਲਾਂ ਸਮਝ ਆ ਰਹੀਆਂ ਇਹਦੇ ਵਿੱਚੋਂ। ਜਿਵੇਂ ਮੰਨ ਲਓ ਇੱਧਰ P ਆ, ਇੱਧਰ Q ਆ, ਤਾਂ ਰਿਜ਼ਲਟੈਂਟ ਵਿੱਚ ਹੋਊਗਾ, ਵਿੱਚ ਕਿੱਥੇ ਹੋਊਗਾ? ਤੁਸੀਂ ਇਹ ਪੈਰਲਲੋਗ੍ਰਾਮ ਕੰਪਲੀਟ ਕਰਨਾ। ਪੈਰਲਲੋਗ੍ਰਾਮ ਕੰਪਲੀਟ ਕਿਵੇਂ ਕਰਨਾ? ਇਹਦੇ ਪੈਰਲਲ ਲਾਈਨ ਡਰਾ ਕਰ ਦੇਣੀ ਆ, ਇਹਦੇ ਪੈਰਲਲ ਲਾਈਨ ਡਰਾ ਕਰ ਦੇਣੀ ਨੀਚੇ ਦੇ, ਇਹਦੇ ਪੈਰਲਲ ਡਰਾ ਕੀਤੀ, ਨੀਚੇ ਪੈਰਲਲ ਡਰਾ ਕੀਤੀ, ਇਹ ਪੈਰਲਲੋਗ੍ਰਾਮ ਕੰਪਲੀਟ ਹੋ ਜਾਏਗਾ। ਇਹ ਡਾਇਗਨਲ ਬਣਾ ਲਓ, ਤਾਂ ਇਹ ਜਿਹੜਾ ਡਾਇਗਨਲ ਹੋਊਗਾ ਇਹਨੂੰ ਰਿਜ਼ਲਟੈਂਟ ਕਹਾਂਗੇ ਆਪਾਂ, ਇਹ ਰਿਜ਼ਲਟੈਂਟ। ਇਹ ਪੈਰਲਲੋਗ੍ਰਾਮ ਲਾਅ ਵੈਕਟਰ ਹੁੰਦਾ, +1 ਦਾ ਸੀਗਾ। ਹੁਣ ਚਲੋ ਆਪਾਂ ਆਪਣਾ BSc ਵਾਲਾ ਟੌਪਿਕ ਸਟਾਰਟ ਕਰਦੇ ਹਾਂ। ਇਹ ਥਿਊਰਮ ਕਰਨੀ ਹੈ ਆਪਾਂ ਨੇ।
ਥਿਊਰਮ ਦੀ ਸਟੇਟਮੈਂਟ ਹੈਗੀ ਆ, ਫਾਈਂਡ ਦਾ ਮੈਗਨੀਟਿਊਡ ਐਂਡ ਡਾਇਰੈਕਸ਼ਨ ਆਫ ਰਿਜ਼ਲਟੈਂਟ ਆਫ ਟੂ ਫੋਰਸਿਸ ਐਕਟਿੰਗ ਐਟ ਅ ਪੁਆਇੰਟ ਐਟ ਐਨ ਐਂਗਲ ਅਲਫਾ। ਮਤਲਬ ਆ ਪੀ ਫੋਰਸ ਆ ਕਿਊ ਫੋਰਸ ਆ, ਇਹ ਦੋਨੇ ਐਕਟ ਕਰ ਰਹੇ ਦੋਨਾਂ ਵਿੱਚ ਐਂਗਲ ਅਲਫਾ। ਤਾਂ ਆਪਣਾ ਕੰਮ ਆ ਕਿ ਇਹ ਦੋਨਾਂ ਦਾ ਰਿਜ਼ਲਟੈਂਟ ਫਾਈਂਡ ਕਰਨਾ। ਰਿਜ਼ਲਟੈਂਟ ਮਤਲਬ ਕਿ ਆਪਾਂ ਲੈਂਥ ਫਾਈਂਡ ਕਰਨੀ ਹੈ, ਮੈਗਨੀਟਿਊਡ ਫਾਈਂਡ ਕਰਨਾ ਹੈਗਾ ਅਤੇ ਡਾਇਰੈਕਸ਼ਨ ਫਾਈਂਡ ਕਰਨੀ, ਦੋਨੇ ਗੱਲਾਂ ਫਾਈਂਡ ਕਰਨੀਆਂ ਆਪਾਂ। ਇਹ ਥਿਊਰਮ ਕਾਫੀ ਇੰਪੋਰਟੈਂਟ ਆ, ਇਹ ਦੇਖ ਲਿਓ ਧਿਆਨ ਨਾਲ। ਹੁਣ ਰਿਜ਼ਲਟੈਂਟ ਬਣਾ ਸਕਦੇ ਹਾਂ ਆਪਾਂ ਬਾਈ ਯੂਜ਼ਿੰਗ ਪੈਰਲਲੋਗ੍ਰਾਮ ਲਾਅ ਆਫ ਵੈਕਟਰ। ਰਿਜ਼ਲਟੈਂਟ ਕਿੱਦਾਂ ਬਣ ਸਕਦਾ ਹੈਗਾ, ਪਹਿਲਾਂ ਆਪਾਂ ਪੈਰਲਲੋਗ੍ਰਾਮ ਕੰਪਲੀਟ ਕਰਾਂਗੇ। ਇਹਦੇ ਸਾਹਮਣੇ ਲਾਈਨ ਡਰਾ ਕਰਾਂਗੇ ਪੈਰਲਲ, ਪੀ ਦੇ ਸਾਹਮਣੇ ਡਰਾ ਕਰਤੀ ਪੈਰਲਲ, ਕਿਊ ਸਾਹਮਣੇ ਪੈਰਲਲੋਗ੍ਰਾਮ ਕੰਪਲੀਟ ਹੋ ਗਿਆ ਆਪਣੇ ਕੋਲ। ਤਾਂ ਜਿਹੜਾ ਇੱਥੋਂ ਡਾਇਗੋਨਲ ਨਿਕਲੇਗਾ ਇਹ ਜੁਆਇਨ ਕਰ ਲਵੋ, ਇਹ ਆਰ ਹੋਊਗਾ, ਰਿਜ਼ਲਟੈਂਟ ਹੋਊਗਾ। ਆਪਣੀ ਇਹਦੇ ਵਿੱਚ ਕਰਨਾ ਕੀ ਆਪਾਂ ਆਰ ਫਾਈਂਡ ਕਰਨਾ, ਧਿਆਨ ਰੱਖਣਾ ਜੀ। ਆਰ ਕੀ ਹੁੰਦਾ ਹੈਗਾ, ਆਰ ਵੈਕਟਰ ਦਾ ਮੈਗਨੀਟਿਊਡ। ਮਤਲਬ ਆਪਾਂ ਆਰ ਫਾਈਂਡ ਕਰਨਾ ਹੈਗਾ, ਰਿਜ਼ਲਟੈਂਟ ਦਾ ਮੈਗਨੀਟਿਊਡ ਫਾਈਂਡ ਕਰਨਾ ਹੈਗਾ। ਡਾਇਰੈਕਸ਼ਨ ਕਿੱਦਾਂ ਫਾਈਂਡ ਕਰਾਂਗੇ, ਡਾਇਰੈਕਸ਼ਨ ਵਾਸਤੇ ਆਪਾਂ ਆ ਥੀਟਾ ਐਂਗਲ ਫਾਈਂਡ ਕਰ ਲਾਂਗੇ ਕਿ ਕਿੱਧਰ ਨੂੰ ਜਾ ਰਿਹਾ, ਉੱਪਰ ਨੀਚੇ ਕਿੱਧਰੇ ਪਾਸੇ। ਡਾਇਰੈਕਸ਼ਨ ਵਾਸਤੇ ਆਪਾਂ ਥੀਟਾ ਫਾਈਂਡ ਕਰਾਂਗੇ ਅਤੇ ਰਿਜ਼ਲਟੈਂਟ ਵਾਸਤੇ ਆਪਾਂ ਆਰ ਫਾਈਂਡ ਕਰਾਂਗੇ। ਹੁਣ ਇਹਨੂੰ ਫਾਈਂਡ ਕਿਵੇਂ ਕਰਨਾ ਹੈਗਾ, ਇਹਦੇ ਵਿੱਚ ਆਪਣਾ 10th ਲੈਵਲ ਦਾ ਜਿਓਮੈਟਰੀ ਯੂਜ਼ ਹੋਊਗੀ। ਜਿੰਨੀ ਕਿ ਆ ਰਹੀ ਹੈਗੀ ਉਨੀ ਕਰੀ ਜਾਂਦੇ ਆਪਾਂ ਨਾਲ, ਉਸ ਨੂੰ ਸਮਝ ਆ ਜਾਊਗਾ। ਪਹਿਲਾਂ ਕੀ ਕੀਤਾ ਆਪਾਂ ਨੇ, ਇਹ ਲਾਈਨ ਨੂੰ ਅੱਗੇ ਪ੍ਰੋਡਿਊਸ ਕਰ ਲਿਆ, ਜਿੰਨਾ ਨੇਮਿੰਗ ਕਰ ਲਿਆ। ਜਦੋਂ ਇਹਨੂੰ ਏ ਪਾ ਲਿਆ, ਇਹ ਬੀ ਪਾ ਲਿਆ, ਇਹ ਸੀ ਪਾ ਲਿਆ, ਇਹ ਡੀ ਪਾ ਲਿਆ, ਇਹਨੂੰ ਅੱਗੇ ਪ੍ਰੋਡਿਊਸ ਕਰਤਾ ਆਪਾਂ ਨੇ ਲਾਈਨ। ਇੱਥੋਂ ਡਰਾ ਕੀਤੀ ਆ ਸੀ ਈ, ਪਰਪੈਂਡੀਕੂਲਰ ਡਰਾ ਕੀਤਾ ਆਪਾਂ ਨੇ ਏ ਬੀ ਪ੍ਰੋਡਿਊਸ ਉੱਪਰ। ਮੈਂ ਲਿਖ ਰਿਹਾ, ਤੁਸੀਂ ਲਿਖੀ ਜਾਈਓ ਨਾਲ ਨਾਲ। ਆਪਾਂ ਡਰਾ ਕੀਤਾ ਹੈਗਾ, ਇੱਥੋਂ ਸ਼ੁਰੂ ਹੋਇਆ ਡਰਾ ਸੀ ਈ ਪਰਪੈਂਡੀਕੂਲਰ ਟੂ ਏ ਬੀ ਪ੍ਰੋਡਿਊਸਡ। ਇਹਦਾ ਦਾ ਕੀ ਹੁੰਦਾ ਹੈਗਾ ਕਿ ਏ ਬੀ ਨੂੰ ਪ੍ਰੋਡਿਊਸ ਵਧਾ ਕੇ ਫਿਰ ਪਰਪੈਂਡੀਕੂਲਰ ਡਰਾ ਕੀਤਾ ਆਪਾਂ ਨੇ। ਹੁਣ ਇਹ ਗੱਲ ਧਿਆਨ ਰੱਖਣੀ ਹੈ, ਪੀ ਪਾਇਆ, ਜਿਹੜਾ ਪੀ ਹੈਗਾ ਏ ਬੀ ਕੰਪਲੀਟਲੀ ਰਿਪਰੈਜ਼ੈਂਟ ਕਰਦਾ ਪੀ ਨੂੰ। ਮਤਲਬ ਜੇ ਪੀ ਫੋਰਸ ਕੱਢਣੀ ਆ ਆਪਾਂ ਨੇ, ਉਹ ਏ ਬੀ ਦੇ ਬਰਾਬਰ ਹੋਊਗੀ, ਨੇ ਪਿੱਛੇ ਕੀਤਾ ਸੀ ਆਪਾਂ ਨੇ। ਉਹ ਜਿਹੜੀ ਕਿਊ ਫੋਰਸ ਹੈਗੀ ਆ ਉਹ ਸੀ ਡੀ ਬਰਾਬਰ ਹੋਊਗੀ। ਮਤਲਬ ਏ ਬੀ ਪੀ ਬਰਾਬਰ ਆ ਅਤੇ ਸੀ ਡੀ ਜਿਹੜਾ ਕਿਊ ਬਰਾਬਰ ਹੈ, ਇਹ ਦੋਨਾਂ ਮੈਗਨੀਟਿਊਡ ਬਰਾਬਰ ਨੇ। ਪੈਰਲਲੋਗ੍ਰਾਮ ਦੇ ਵਿੱਚ ਪ੍ਰੋਪਰਟੀ ਹੁੰਦੀ ਹੈ, ਇਹ ਗੱਲਾਂ ਨੋਟ ਕਰੀਏ ਧਿਆਨ ਨਾਲ, ਕਿ ਆਮਣੇ ਸਾਹਮਣੇ ਸਾਈਡਾਂ ਪੈਰਲਲ ਤਾਂ ਹੁੰਦੀਆਂ ਹੀ ਹੁੰਦੀਆਂ ਨੇ ਪੈਰਲਲੋਗ੍ਰਾਮ ਦੇ ਵਿੱਚ, ਇਕੁਅਲ ਵੀ ਹੁੰਦੀਆਂ ਨੇ। ਮਤਲਬ ਇਹ ਸਾਈਡ ਇਹਦੇ ਬਰਾਬਰ ਹੋਊਗੀ ਅਤੇ ਇਹ ਵਾਲੀ ਸਾਈਡ ਇਹਦੇ ਬਰਾਬਰ ਹੋਊਗੀ। ਮਤਲਬ ਜਿਹੜੀ ਏ ਡੀ ਹੈਗੀ ਆ ਇਹ ਬੀ ਸੀ ਬਰਾਬਰ ਹੋਏਗੀ, ਏ ਬੀ ਡੀ ਸੀ ਬਰਾਬਰ ਹੋਏਗੀ। ਜੇ ਏ ਡੀ ਬੀ ਸੀ ਬਰਾਬਰ ਹੋਏਗੀ, ਇੱਥੇ ਕਿਊ ਗਲਤ ਪੈ ਗਿਆ ਅਤੇ ਏ ਡੀ ਆਉਣਾ ਸੀ, ਸੀ ਡੀ ਪੈ ਗਿਆ, ਏ ਡੀ ਆਊਗਾ ਇੱਥੇ, ਆ ਠੀਕ ਕਰ ਲਿਓ। ਜੇ ਏ ਡੀ ਬੀ ਸੀ ਬਰਾਬਰ, ਏ ਡੀ ਕਿੰਨਾ ਕਿਊ, ਤਾਂ ਬੀ ਸੀ ਵੀ ਕਿਊ ਹੋਊਗੀ, ਤਾਂ ਆ ਵੀ ਲੈਂਥ ਜਿਹੜੀ ਆ ਲੈਂਥ ਬਰਾਬਰ ਹੋਣਗੀਆਂ, ਅਤੇ ਇਹ ਵੀ ਕਿਊ ਕਿਊ ਲੈਂਥ ਹੋਊਗੀ ਦੋਨਾਂ ਦੀ ਆਪਸ। ਇੱਕ ਤਾਂ ਇਹ ਗੱਲ। ਇੱਕ ਹੁੰਦੇ ਹੈਗੇ ਨੇ ਕੋਰਸਪੋਂਡਿੰਗ ਐਂਗਲਸ, ਇਹ ਵੀ 10th ਲੈਵਲ ਦਾ ਕੰਸੈਪਟ। ਕੋਰਸਪੋਂਡਿੰਗ ਐਂਗਲਸ ਇਹ ਕਿਹੜੇ ਹੁੰਦੇ ਨੇ, ਦੋ ਲਾਈਨਸ ਪੈਰਲਲ ਨੇ, ਇੱਕ ਟਰਾਂਸਵਰਸਲ ਜਾਂ ਇੱਕ ਲਾਈਨ ਕੱਟ ਕਰ ਰਹੀ ਦੋਨਾਂ ਨੂੰ, ਇੱਕ ਲਾਈਨ ਕੱਟ ਕਰ ਰਹੀ ਹੈ, ਤਾਂ ਇਹ ਵਾਲਾ ਐਂਗਲ ਇਹਦੇ ਬਰਾਬਰ, ਇਹ ਵੀ ਉੱਪਰ, ਇਹ ਵੀ ਉੱਪਰ, ਕੋਰਸਪੋਂਡਿੰਗ। ਜਿਵੇਂ ਆਹ ਬਣਾਇਆ ਉਵੇਂ ਆਹ ਬਣਾਇਆ ਹੈਗਾ ਨਾ, ਕੋਰਸਪੋਂਡਿੰਗ ਕਰਨੇ, ਇੱਕੋ ਤਰ੍ਹਾਂ ਬਣਾਏ ਨੇ। ਇਹ ਐਂਗਲ ਦੋਨੇ ਬਰਾਬਰ ਹੋਣਗੇ। ਜੇ ਇਹ ਅਲਫਾ ਹੈਗਾ, ਇਹ ਵੀ ਅਲਫਾ ਹੋਊਗਾ। ਇੱਧਰਲੇ ਪਾਸੇ ਵਾਲਾ ਐਂਗਲ ਇੱਧਰਲੇ ਪਾਸੇ ਬਰਾਬਰ ਹੋਊਗਾ। ਇਹ ਬੀਟਾ ਹੈਗਾ, ਇਹ ਬੀਟਾ ਹੋਊਗਾ। ਇਹਨੂੰ ਕੋਰਸਪੋਂਡਿੰਗ ਐਂਗਲ ਕਹਿੰਦੇ ਆ। ਜਿਵੇਂ ਆਹ ਦੋ ਲਾਈਨਸ ਦੇਖੋ, ਇਹ ਦੋਨੇ ਪੈਰਲਲ ਨੇ। ਜੇ ਦੋ ਲਾਈਨਸ ਪੈਰਲਲ ਨੇ, ਆਹ ਲਾਈਨ ਕੱਟ ਕਰ ਰਹੀ ਹੈ, ਤਾਂ ਇਹ ਵਾਲਾ ਐਂਗਲ ਅਤੇ ਇਹ ਵਾਲਾ ਐਂਗਲ ਇਹ ਦੋਨੇ ਬਰਾਬਰ ਹੋਣਗੇ। ਇਹਨੂੰ ਕਹਾਂਗੇ ਆਪਾਂ ਕੋਰਸਪੋਂਡਿੰਗ ਐਂਗਲ। ਜੇ ਇਹ ਵਾਲਾ ਐਂਗਲ ਵੱਡਾ ਅਲਫਾ ਹੈਗਾ, ਤਾਂ ਇਹ ਵੀ ਪੱਕਾ ਅਲਫਾ ਹੋਊਗਾ। ਫਿਲਹਾਲ ਦੇਖੀ ਜਾਓਗੇ ਸਟੈਪ ਕਿਵੇਂ ਕਿਵੇਂ ਨੇ, ਪ੍ਰੂਫ ਤਾਂ ਆਪੇ ਆਂਸਰ ਆਪੇ ਨਿਕਲ ਜਾਏਗਾ। ਮੇਨ ਆਪਾਂ ਆਰ ਫਾਈਂਡ ਕਰਨਾ, ਤਾਂ ਇਹ ਐਂਗਲ ਜਿਹੜਾ ਹੈਗਾ ਆਪਣੇ ਕੋਲ ਅਲਫਾ ਹੋ ਗਿਆ।
ये रफ काम आ, मैं रब कर रहा। हुण ट्रिग्नोमैट्री विच इहदा ध्यान च होऊगा, जिवें इहनूं रब ही करना, सीधे ही कर लेने इतों। इस तो बाद इन ट्रायंगल, जे आप ट्रायंगल देखिए सी बी ई, ये राइट एंगल ट्रायंगल है, ये यूज़ करांगे आप ट्रिग्नोमैट्रिक रेशो। ये की होगा अपने को, थोड़ा जिहा ये भी कंसैप्ट देख लो किवें है +1 दा। जिहड़े ट्रिग्नोमैट्रिक रेशो होंदियां ने साइन थीटा, कॉस थीटा, टैन थीटा, कोसीकेंट थीटा, सीकेंट थीटा, कॉट थीटा, 6 टी रेशो कहना, टी रेशो, टी फॉर ट्रिग्नोमैट्रिक। ये 6 ट्रिग्नोमैट्रिक रेशो जी है राइट ट्रायंगल होंगे, राइट एंगल जिहदे एक एंगल 90 डिग्री होवे, ਉਹਦੇ ਵਿੱਚ ਇਹ अप्लाई होणगीਆਂ। जिवें तुहानूं पता होगा साइन थीटा जिहड़ा हुंदा हैगा ਉਹ ਹੁੰਦਾ ਹੈਗਾ परपेंडिकुलर अपॉन हाईपोटेन्यूज, पी फॉर परपेंडिकुलर पाया आ नहीं पाया, ये पी फोर्स आ। तो जिहड़ा कॉस थीटा हुंदा हैगा ਉਹ ਹੁੰਦਾ ਹੈਗਾ बेस अपॉन हाईपोटेन्यूज, जिहड़ा टैन थीटा हुंदा हैगा ਉਹ ਹੁੰਦਾ हैगा परपेंडिकुलर अपॉन बेस, इदां ਹੁੰਦਾ है। ਹੁਣ थोड़ा समझने की गल ये कि परपेंडिकुलर बेस हाईपोटेन्यूज किवें डिसाइड करने होंगे ने। जिहड़ा एंगल 90 के सामने हुंदा इहनूं कहने आप हमेशा हाईपोटेन्यूज। बेस परपेंडिकुलर है नहीं कि बेस हमेशा नीचे वाला हुंदा, ये एंगल देख के डिसाइड करना हुंदा हैगा। जे मान लो ये वाला एंगल आ तो एंगल के सामने जिहड़ा हुंदा वो हमेशा परपेंडिकुलर हुंदा, एंगल के सामने परपेंडिकुलर हुंदा हमेशा। हाईपोटेन्यूज 90 सामने हो गया, एंगल सामने परपेंडिकुलर, बाकी जो बच गया वो बेस आ बेस हो गया इधर पासे। जे इधर ले लिया आप अल्फा, तो अल्फा सामने ये फिर परपेंडिकुलर बन जाएगा, हाईपोटेन्यूज फिक्स, ये फिक्स होंगी है, परपेंडिकुलर ये बन गया एंगल सामने, जो नीचे बच गया बेस होगा। ये थोड़ी गल्लां ध्यान रखनियां इहदे विच। तो आप की करना ये एक सी ई फाइंड करनी है। हुण एंगल आ सी अल्फा, एंगल के सामने होगा परपेंडिकुलर, नीचे वाला बेस होगा। तो ये आप देखिए ये सी ई बटा सी बी, ये की बनूगा देखना अपने। सी ई परपेंडिकुलर, सी बी 90 सामने हाईपोटेन्यूज, परपेंडिकुलर अपॉन हाईपोटेन्यूज होंदा साइन ऑफ एंगल, एंगल कितना इस केस अल्फा, उरे एंगल थीटा होना सी, देख लो जी। तो जिहड़ा सी बी पता अपन, सी बी लेंथ के बराबर आ, सी बी बी सी क्यू बराबर है। तो सी ई जिहड़ा हो गया अपने को सी ई, ये बन गया क्यू साइन अल्फा, ये क्यू है उधर क्रॉस मल्टीप्लाई करता है, क्यू साइन अल्फा आ गया। ये आप नंबरिंग 1 पा के रख लेंगे। हुण अगे आही ट्रायंगल दे विच ट्रायंगल सेम है सी बी, ये देखो सी बी ई बटा सी बी की होगा, सोच लो 1-2 मिनट। बी ई बटा सी बी ये की होगा, ये बन गया बेस अपॉन हाईपोटेन्यूज, ये कॉस ऑफ एंगल, एंगल कितना इस केस अल्फा, कॉस अल्फा बनेगा। सी बी कितना क्यू, तो बी ई कितना बन गया अपने को क्यू कॉस अल्फा। नाउ हुण आप देखो इस लाइन दे विच ए ई कढ़ना, ए ई जिहड़ा ए ई हैगा इहनूं आपां लिख सकते हैगे आ ए बी प्लस बी ई, ए बी प्लस बी सारा ओवर ए बन जाए। हुण ए बी लेंथ कितनी है अपने को पी, ए बी लेंथ का पी है, तो बी ई आप उपर कढ़ चुके हैं, ये बनेगा क्यू कॉस अल्फा। तो ए ई लेंथ जिहड़ी हैगी अपने को ये आ गई पी प्लस क्यू कॉस अल्फा। सी ई निकल गया, ए हुण ये कढ़िया क्यों आ वो समझ आ जाऊगा, हुण समझ आ जाएगा सारा। इधर मैं रब कर रहा, ये हैगा जे आप लईए इन ट्रायंगल ए सी ई, ये राइट एंगल ट्रायंगल है,
ਰਾਈਟ ਐਂਗਲ ਟਰਾਇੰਗਲ 'ਚ ਪਾਈਥਾਗੋਰਸ ਸਿਰਫ ਹੁੰਦੀ ਹੈ ਬੇਸ ਸਕੇਅਰ ਪਲੱਸ ਪਰਪੈਂਡੀਕੂਲਰ ਸਕੇਅਰ ਇਜ਼ ਇਕੁਅਲ ਟੂ ਹਾਈਪੋਟਨਿਊਜ਼ ਸਕੇਅਰ ਬਾਏ ਪਾਈਥਾਗੋਰਸ। ਜੇ ਆਪਾਂ ਇਹ ਐਂਗਲ ਲੈ ਰਹੇ ਮਤਲਬ ਕਿ ਬੇਸ ਇਹਦੇ 'ਚ ਏ ਹੀ ਹੋ ਗਿਆ, ਬੇਸ ਸਕੇਅਰ ਸਾਰਾ ਬੇਸ ਹੋ ਗਿਆ। ਆਪਾਂ ਆਹ ਟਰਾਇੰਗਲ ਲੈ ਰਹੇ ਹਾਂ ਸਾਰਾ ਇੱਥੋਂ ਲੈ ਕੇ ਆਹ ਟਰਾਇੰਗਲ ਲੈ ਰਹੇ ਹਾਂ ਸਾਰਾ। ਤਾਂ ਬੇਸ ਐਂਗਲ ਸਾਹਮਣੇ ਪਰਪੈਂਡੀਕੂਲਰ ਬੇਸ ਪਲੱਸ ਪਰਪੈਂਡੀਕੂਲਰ ਸਕੇਅਰ CE ਸਕੇਅਰ ਇਜ਼ ਇਕੁਅਲਸ ਟੂ ਹਾਈਪੋਟਨਿਊਜ਼ ਸਕੇਅਰ AC ਸਕੇਅਰ। ਹੁਣ AC ਦੀ ਵੈਲਿਊ ਕਿੰਨੀ ਹੈਗੀ ਆਪਣੇ ਕੋਲ R, ਇਹ ਕੱਢਣਾ ਆਪਾਂ, ਇਹ R ਹੋ ਗਿਆ। ਇਹ ਮੈਂ ਪਹਿਲਾਂ ਪਾ ਰਿਹਾ R ਸਕੇਅਰ AE ਕੱਢਿਆ ਹੋਇਆ ਆਪਾਂ ਨੇ P ਪਲੱਸ Q cos ਅਲਫਾ ਦਾ ਸਕੇਅਰ CE ਵੀ ਕੱਢਿਆ ਹੋਇਆ ਆਪਾਂ ਨੇ Q sin ਅਲਫਾ ਦਾ ਸਕੇਅਰ। ਇੱਥੋਂ ਬਣ ਗਿਆ R ਸਕੇਅਰ ਇਕੁਅਲਸ ਟੂ ਸਕੇਅਰ ਖੋਲ ਲਿਆ A ਪਲੱਸ B ਦਾ ਹੋਲ ਸਕੇਅਰ A ਸਕੇਅਰ ਪਲੱਸ B ਸਕੇਅਰ ਪਲੱਸ 2AB A ਦਾ ਸਕੇਅਰ ਪਲੱਸ B ਸਕੇਅਰ ਬਣ ਗਿਆ प्लस 2AB 2PQ cos अल्फा प्लस Q स्केयर साइन स्केयर अल्फा। ਹੁਣ ਇਹਨਾਂ ਦੋਨਾਂ 'ਚ Q स्केयर बाहर निकल जाएगा, ये बन गया P स्केयर Q स्केयर बाहर आ गया cos स्केयर अल्फा प्लस साइन स्केयर अल्फा प्लस 2PQ cos अल्फा। cos स्केयर अल्फा प्लस साइन स्केयर अल्फा 1 हो गया, ये बन गया P स्केयर प्लस Q स्केयर प्लस 2PQ cos अल्फा। ये अपना R स्केयर का फॉर्मूला बन गया। स्केयर चक तो रूट बन जाएगा, इधर लिख देना मैं R कटे आप R इक्वल्स टू P स्केयर प्लस Q स्केयर प्लस 2PQ cos अल्फा का रूट बन गया। यह पहला फार्मूला जोड़ा आप याद करना, ये फॉर्म भी याद रखनी है तो वह फॉर्म भी याद रखनी है। ये R अपने को स्केच हुण मैग्नीट्यूड आ गया, जो दो फोर्सिस दे विच एंगल पता होवे, फोर्सिस दे मैग्नीट्यूड पता हो तो ये वैल्यू भरांगे आप PQ अल्फा की, इनू सॉल्व करके अपने को रिजल्टेंट का मैग्नीट्यूड आ जाएगा। हुण डायरैक्शन किद्दां फाइंड करनी है वो देख लें आप। इन ट्रायंगल ACE जिवें पहलां लिया सी आपां, जिवें पहलां लिया सी ये एंगल आ थीटा, ये सामने वाला होगा परपेंडिकुलर, ये परपेंडिकुलर CE परपेंडिकुलर बटा बेस AE परपेंडिकुलर बटा बेस होंदा tan ऑफ एंगल, एंगल कितना हो रहा थीटा। CE पिछे कढ़िया है मैं रब करता तो CE थोड़ा सीगा जी Q साइन अल्फा, AE कढ़िया सी पिछे वो देख लियो, ये सीगा अपने को P प्लस Q cos अल्फा। ये एंगल फाइंड करने वास्ते आप वाला फॉर्मूला यूज़ करांगे तो रिजल्टेंट फाइंड करने वास्ते आप वाला फॉर्मूला यूज़ करांगे। चलो आप फिलहाल नहीं इत्थे रोक लेने, ये टॉपिक पढ़ लियो, जे कुछ ना समझ आया तो पूछ लियो। मैं दोबारा कह रहा कि जो टॉपिक आप स्टैटिक्स करना है ये खासी मेहनत की लोड़ पेगी ये थोड़ी, क्योंकि मेन ये है कि 10th क्लास के कंसैप्ट काफ़ी यूज़ होणगे ये, वो मोस्टली बच्चे भुल भल जाते हैं, इस करके थोड़ा औखा लगता। पर जो वो कंसैप्ट करी जाओगे थोड़ा आप ही इंट्रस्ट बनी जाओगे ये, इसलिए जो काम ना करोगे फिर थोड़ा इंट्रस्ट बनूगा, जो काम छड़ दोगे फिर थोड़ा अगे समझना बंद हो जाएगा। चलो थैंक यू।